वाहिगुरु जी का खालसा वाहिगुरु जी की फतेह। पतत पावन भगत वत्सल करना निदान, शब्द गुरु श्री गुरु ग्रंथ साहिब जियां दी पावन हजूरी विच बड़े ही सत्कार सहित संध्या दे दीवाना विच आप जी जुड़ बैठे हो। शुभ कर्मां द्वारा संगत दीयां घड़ियां विच जुड़न दा सुभाग प्राप्त होया। आओ समय अते सवासां नूं सफला बनाइए। सतगुर जियां दी पावन अमृतमई जीवन कथा दे विचों आप जी ने सरवण कीता सी। राय बुलार जियां दे बनाए हुए सरोवर विच अज पहर रात रहिंदी गुरु नानक साहब जियां ने चुप्पी लाई। राजे की भावना नूं पूरियां करते हुए अपने साथी भाई बाला ते मरदाना जी नूं नाल लैके राय भोए की तलवंडी तो विदायगी लई है। हुण सतगुरां की महिमा भाई बाला जी अपनी रसना द्वारा कर रहे हैं। जिन्हां साहिबां की ये संगत की शोभत मिली, आखदे मैं सुपने विच भी कदे शुकराना बयान नहीं कर सकता। दीन दुनिया दे मालक जगत का उधार करन वास्ते, भव सागर नूं तारन वास्ते माता पिता नूं ज्ञान ते संतोख बख्श के अज इत्थों चले ने। आओ अगला जो भी सफ़र है सतगुरां दे प्रेम दे विच भिज करके सफला बनाइए ते आनंदमई समा बनाइए। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा श्री गुर चरणन ध्यान तर, प्रेम नीर तह पाई। महाकवि भाई संतोख सिंह जी प्रसंग की आरंभता करते हुए गुरु नानक साहब जियां का शुक्र करते ने, अरदास करके सतगुरां दे चरण एक तर कईए रुख वर्गे ने, जिस चरना दे नाल प्रेम का संबंध है। हर रुख पानी तो बिना जिउंदा नहीं है। प्रेम पानी की न्याई है। चरण सतगुरां दे रुख दे वर्गे ने। पानी बिना रुख नहीं ते रुख बिना पानी नहीं। ये दोने गल्लां बिल्कुल पैरल ने। कहते मैं अपने मन का प्रेम गुरु चरना दे नाल जोड़ करके इस रुख दे नाल जोड़ के जीवन नूं सफला बनाउणा है। कविता कुसुम पर फुल ही, सुफल अर्थ समुदाय। ये जो इतिहास की कविता है, कहते ये उस रुख दे फुल ने जिन्हां विच प्रेम का पानी है। तरह तरह के छंद आउणगे, सतगुरां की महिमा आएगी। किते दुख सुख गम वाधे घाटे दीन दुनिया के इन्हां प्रसंगां दे विच आउंदे रहणगे, चोजां ते कौतुकां दे रूप दे विच। पर कहंदे आ प्यारे सिखो, रुख ना गिणिओ, उन्हां रुखां ते लगे फल चख लिओ।
ਬੂਟਿਆਂ ਨੂੰ ਪੌਦਿਆਂ ਨੂੰ ਨਾ ਗਿਣਿਓ, ਪੌਦਿਆਂ ਤੇ ਲੱਗੇ ਫੁੱਲਾਂ ਦੀ ਖੁਸ਼ਬੂ ਦਾ ਆਨੰਦ ਮਾਣਿਓ, ਗਿਣਤੀਆਂ ਤੋਂ ਕੀ ਲੈਣਾ ਹੈ। ਸਤਿਗੁਰਾਂ ਦੀ ਇਸ ਪਾਵਨ ਕਥਾ ਨੂੰ ਸੁਣਨ ਵਾਲੇ ਗੁਰੂ ਨਾਨਕ ਸਾਹਿਬ ਦੀ ਸੁਗੰਧੀ, ਉਹਨਾਂ ਦੇ ਗੁਣਾਂ ਦੀ ਸੁਗੰਧੀ ਜੀਵਨ ਵਿੱਚ ਧਾਰਨ ਕਰਨਗੇ ਤੇ ਸੁਖਮਈ ਤੇ ਸੁਖਦਾਈ ਹੋਣਗੇ। ਕਵੀ ਜੀ ਕਹਿੰਦੇ ਐਸੀ ਕਥਾ ਦੀ ਰਚਨਾ ਕਰਨ ਲੱਗਾ ਹਾਂ ਜੋ ਕਥਾ ਅੱਖਰਾਂ ਵਿੱਚ ਲਿਖੀ ਨਹੀਂ ਜਾ ਸਕਦੀ, ਬਸ ਇੱਕ ਮਨੁੱਖਾ ਜੀਵਨ ਨੂੰ ਸਮਝਾਉਣ ਲਈ ਲਿਖਣੀ ਪੈ ਰਹੀ ਹੈ। ਅਜੇ ਤੱਕ ਦੁਨੀਆ ਤੇ ਕੋਈ ਜੰਮਿਆ ਨਹੀਂ ਤੇ ਨਾ ਹੀ ਜੰਮਣਾ ਹੈ ਜੋ ਰੱਬ ਦੀ ਸਿਫਤ ਲਿਖ ਸਕੇ। ਉਹ ਬੜਾ ਡਾਢਾ ਤੇ ਬੇਅੰਤ ਹੈ। ਸ਼੍ਰੀ ਬਾਲਾ ਸੁੰਦਰ ਵਾਚ ਉਜੰਗ ਪਰਜਤ ਛੰਦ ਚਲੇ ਪੰਥ ਨਾਥਿੰ ਭਏ ਦੋਨ ਸਾਥਾ। ਭਾਈ ਬਾਲਾ ਜੀ ਸਤਿਗੁਰਾਂ ਦੀ ਪਾਵਨ ਕਥਾ ਦਾ ਆਗਾਜ਼ ਕਰਦੇ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਚੌਂਕੜਾ ਲਾ ਕੇ ਦਰਬਾਰ ਵਿੱਚ ਬੈਠੇ ਨੇ। ਬਾਬਾ ਬੁੱਢਾ ਜੀ, ਭਾਈ ਧਿੰਗਾ ਨਾਈ, ਭਾਈ ਜੀਵਾ ਜੀ, ਬੇਅੰਤ ਗੁਰੂ ਕੇ ਸਿੱਖ ਇਸ ਕਥਾ ਨੂੰ ਸੁਣ ਕੇ ਰਸ ਮਾਣਦੇ ਆ, ਆਨੰਦ ਮਾਣਦੇ ਆ। ਅੱਜ ਫੇਰ ਦਰਬਾਰ ਸਜਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਉਸੇ ਤਰ੍ਹਾਂ ਦਰਬਾਰ ਵਿੱਚ ਸੰਗਤਾਂ ਵਿੱਚ ਭੂੰਜੇ ਬੈਠੇ ਆ। ਭਾਈ ਬਾਲਾ ਜੀ ਨੂੰ ਇੱਕ ਗੱਦੀ ਲਾ ਕੇ ਉੱਚੀ ਥਾਂ ਤੇ ਬਿਠਾਇਆ ਜਾਂਦਾ ਹੈ ਕਿਉਂਕਿ ਗੁਰੂ ਦੀ ਮਹਿਮਾ ਗਾਉਂਦੇ ਆ। ਤੇ ਵੱਡੀ ਗੱਲ, ਗੁਰੂ ਨਾਨਕ ਸਾਹਿਬ ਜੀਆਂ ਦੇ ਪਿਆਰੇ ਸਾਥੀ ਨੇ। ਜਦੋਂ ਦਰਬਾਰ ਦੀ ਆਰੰਭਤਾ ਹੋਈ ਹੈ, ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੀਆਂ ਨੇ। ਗੁਰੂ ਅੰਗਦ ਦੇਵ ਮਹਾਰਾਜ ਨੇ ਬੇਨਤੀ ਕੀਤੀ, ਮਹਾਂਪੁਰਖੋ ਫਰਮਾਓ, ਅਰਜ਼ ਹੈ। ਜਦੋਂ ਫਿਰ ਭਾਈ ਬਾਲਾ ਜੀ ਨੇ ਆਪਣੀ ਰਸਨਾ ਤੋਂ ਪਿਆਰ ਦੇ ਬਚਨ ਆਖੇ, ਕਹਿੰਦੇ ਐ ਸਾਹਿਬ ਜੀ, ਰਾਏ ਭੋਏ ਦੀ ਤਲਵੰਡੀ ਦੇ ਰਾਹ ਤੋਂ ਅਸੀਂ ਚੱਲੇ ਆ। ਉਸੇ ਰਾਹ ਚੱਲੇ ਜਿਸ ਰਾਹ ਤੋਂ ਕਦੇ ਸਤਿਗੁਰ ਜੀ ਵਾਪਸ ਨਗਰ ਆਏ ਸੀ। ਗੁਰੂ ਸਾਹਿਬ ਸਾਡੇ ਤੋਂ ਅੱਗੇ ਅੱਗੇ ਚੱਲਦੇ ਨੇ। ਮੈਂ ਤੇ ਭਾਈ ਮਰਦਾਨਾ ਜੀ ਸਤਿਗੁਰਾਂ ਤੋਂ ਹਮੇਸ਼ਾ ਪਿੱਛੇ ਹੋ ਕੇ ਰਹਿੰਦੇ ਆ। ਇਹ ਅਦਬ ਹੈ, ਸਤਿਕਾਰ ਹੈ, ਵੱਡਿਆਂ ਲਈ ਪ੍ਰੇਮ ਹੈ। ਬੜੀ ਵਾਰ ਸਤਿਗੁਰ ਕਹਿੰਦੇ ਨੇ, ਬਾਲਿਆ ਨਾਲ ਚੱਲਿਆ ਕਰੋ, ਮਰਦਾਨਿਆਂ ਨਾਲ ਤੁਰਿਆ ਕਰ। ਬੇਸ਼ੱਕ ਸਤਿਗੁਰ ਸਾਡੇ ਮਿੱਤਰ ਨੇ, ਅਸੀਂ ਕਦੇ ਗੁਰੂ ਸਾਹਿਬ ਨੂੰ ਆਪਣਾ ਮਿੱਤਰ ਜਾਣਿਆ ਹੀ ਨਹੀਂ। ਅਸੀਂ ਤੇ ਜਾਣਦੇ ਹਾਂ ਸਾਡੇ ਸਤਿਗੁਰੂ ਰੱਬ ਨੇ, ਪਰਮਾਤਮਾ ਨੇ, ਪਰਮੇਸ਼ਵਰ ਨੇ। ਤੇ ਰੱਬ ਜਿਨ੍ਹਾਂ ਦਾ ਮਿੱਤਰ ਹੋ ਜੀ, ਉਹ ਰੱਬ ਨਾਲ ਮਖੌਲ ਥੋੜੀ ਕਰਦੇ ਆ, ਪ੍ਰੇਮ ਕਰਦੇ ਆ। ਜਦੋਂ ਗੁਰੂ ਸਾਹਿਬ ਸੁਭਾਵਕ ਸਾਡੇ ਤੋਂ ਅੱਗੇ ਅੱਗੇ ਚੱਲਦੇ ਨੇ, ਅਸੀਂ ਨਾਲ ਨਾਲ ਚੱਲਦੇ ਆ। ਸਾਰਾ ਦਿਨ ਪੈਦਲ ਚੱਲ ਕੇ ਸਫ਼ਰ ਨੂੰ ਤੈਅ ਕੀਤਾ ਜਾਂਦਾ ਏ। ਦਿਆ ਸਿੰਦਰੂਰੀ ਭਨੈ ਗਿਆਨ ਗਾਥਾ। ਇਸ ਰਸਤੇ ਦੇ ਵਿੱਚ ਅਸੀਂ ਕਦੇ ਵੀ ਚੁੱਪ ਨਹੀਂ ਹੋਏ। ਕਹਿੰਦੇ ਦਇਆ ਸਿੰਧ, ਗਿਆਨ ਦੇ ਸਾਗਰ ਗੁਰੂ ਨਾਨਕ ਸਾਹਿਬ ਮਹਾਰਾਜ ਗਿਆਨ ਦੀਆਂ ਗੋਸਟਾਂ ਸੁਣਾਉਂਦੇ ਹਰ ਵੇਲੇ ਸਨ, ਕਿਉਂਕਿ ਖੁਰਾਕ ਸੁਣਨ ਵਾਲਿਆਂ ਦੀ ਹੈ ਨਾ। ਤੇ ਅੱਜ ਸਾਡੀ ਸਰੋਤ ਮਾੜੀ ਹੈ ਜੀ, ਸਾਨੂੰ ਗੀਤ ਸੰਗੀਤ ਚੰਗੇ ਲੱਗਦੇ, ਅਸੀਂ ਬਾਣੀ ਨਹੀਂ ਸੁਣ ਸਕਦੇ। ਗਲਤ ਮੈਗਜ਼ੀਨ ਪੜ੍ਹ ਸਕਦੇ ਹਾਂ, ਲਿਟਰੇਚਰ ਪੜ੍ਹ ਸਕਦੇ ਹਾਂ, ਨਾਵਲ, ਕਿਸੇ ਕਹਾਣੀਆਂ ਲੋਕਾਂ ਨੂੰ ਪਸੰਦ ਨੇ, ਪਰ ਇਤਿਹਾਸ ਨਹੀਂ ਪੜ੍ਹਿਆ ਜਾ ਸਕਦਾ, ਚੰਗਾ ਹੀ ਨਹੀਂ ਲੱਗਦਾ। ਕਿਉਂਕਿ ਜੈਸੀ ਸਰੋਤ ਹੈ, ਜੈਸੀ ਸੁਰਤ ਹੈ, ਉਹੋ ਹੀ ਚੀਜ਼ਾਂ ਪਸੰਦ ਹੁੰਦੀਆਂ। ਭਾਈ ਬਾਲਾ ਮਰਦਾਨਾ ਜੀ ਦੀ ਸਰੋਤ ਸਤਿਗੁਰਾਂ ਦੇ ਪ੍ਰੇਮ ਵਾਲੀ ਹੈ ਤੇ ਗਿਆਨ ਹਾਸਲ ਕਰਨ ਵਾਲੀ ਹੈ। ਕਹਿੰਦੇ ਦੀਨ ਦੁਨੀਆ ਦੇ ਮਾਲਕ ਸਾਨੂੰ ਗਿਆਨ ਦੀਆਂ ਸਾਖੀਆਂ ਸੁਣਾਉਂਦੇ ਆ। ਸਤਿਯੁਗ ਤੋਂ ਲੈ ਕੇ ਹੁਣ ਤੱਕ ਕੀ ਹੋਇਆ, ਸੰਸਾਰ ਬਣਨ ਤੋਂ ਪਹਿਲਾਂ ਕੀ ਹੁੰਦਾ ਸੀ। ਜਦੋਂ ਦਿਨ ਨਹੀਂ ਸੀ, ਰਾਤ ਨਹੀਂ ਸੀ, ਧੁੱਪ ਨਹੀਂ ਸੀ, ਛਾਂ ਨਹੀਂ ਸੀ, ਧਰਤੀ ਨਹੀਂ ਸੀ, ਆਕਾਸ਼ ਨਹੀਂ ਸੀ, ਉਹਨਾਂ ਵੇਲਿਆਂ ਦੇ ਜ਼ਿਕਰ ਵੀ ਸਤਿਗੁਰੂ ਸੁਣਾ ਦਿੰਦੇ ਆ। ਕਿਉਂਕਿ ਗੁਰੂ ਆਪ ਪਰਮੇਸ਼ਰ ਨੇ, ਆਦ ਕਾਲ ਤੋਂ ਨੇ, ਪਰਮੇਸ਼ਵਰ ਦਾ ਰੂਪ ਨੇ, ਸਰੂਪ ਨੇ, ਆਪ ਰੱਬੀ ਜੋਤ ਨੇ, ਜਿਨ੍ਹਾਂ ਨੇ ਸਭ ਕੁਝ ਸਿਰਜਿਆ, ਜਿਨ੍ਹਾਂ ਨੂੰ ਬਾਣੀ ਨੇ ਇੱਕ ਓੰਕਾਰ ਲਿਖਿਆ ਹੈ। ਐਸੇ ਸਾਹਿਬ ਜਦੋਂ ਵੀ ਕੋਈ ਪਿਆਰ ਦੀ ਕਹਿੰਦੇ ਗੱਲ ਸੁਣਾਉਂਦੇ, ਅਸੀਂ ਸਤਿਗੁਰਾਂ ਦੇ ਕਰੀਬ ਹੋ ਕੇ ਸਿਰਫ ਹਾਮੀ ਭਰਦੇ ਹਾਂ, ਸੁਣ ਕੇ ਹਟਕੋਰਾ। ਤੇ ਸੁਣ ਕੇ ਸਾਨੂੰ ਬੜਾ ਆਨੰਦ ਆਉਂਦਾ, ਬੜਾ ਰਸ ਆਉਂਦਾ ਹੈ। ਕਹਿੰਦੇ ਸਫ਼ਰ ਦਾ ਪਤਾ ਹੀ ਨਹੀਂ ਲੱਗਦਾ, ਥਕਾਵਟ ਹੁੰਦੀ ਹੀ ਨਹੀਂ। ਆਹ ਥਕਾਵਟਾਂ ਸਾਡੇ ਮਨ ਦੀਆਂ ਨੇ।
ਜਿਸ ਬੰਦੇ ਦਾ ਮਨ ਚੜ੍ਹਦੀ ਕਲਾ ਵਿੱਚ ਹੋਵੇ, ਉਹ ਕਿਸੇ ਯਾਤਰਾ ਤੇ ਭਾਵੇਂ ਹੇਮਕੁੰਡ ਸਾਹਿਬ ਗਿਆ ਹੋਵੇ, ਸੌਖਾ ਸਮਝਣ ਲਈ ਪੁੱਛੋ ਥੱਕ ਗਿਆ, ਕਹਿੰਦਾ ਨਹੀਂ ਮੈਂ ਤੇ ਸੇਵਾ ਕਰਨੀ ਹੈ, ਮੈਂ ਨਹੀਂ ਥੱਕਿਆ। ਇੱਕ ਸਾਡੇ ਵਰਗਾ ਰੋਂਦਾ ਪਿੱਟਦਾ ਗਿਆ, ਹਾਏ ਓਏ ਕਿੰਨੀ ਕੁ ਦੂਰ ਹੈ, ਮੈਂ ਥੱਕ ਗਿਆ, ਲੱਤਾਂ ਦੁਖਦੀਆਂ, ਪੈਰ ਦੁਖਦੇ ਆ। ਉਹਨੂੰ ਜਾ ਕੇ ਪੁੱਛੋ, ਕਹਿੰਦਾ ਯਾਰ ਹੁਣ ਤੇ ਬਸ ਹੈਲੀਕਾਪਟਰ ਕਰਾ ਦਿਓ, ਵਾਪਸ ਹੁਣ ਨਹੀਂ ਤੁਰਿਆ ਜਾਂਦਾ। ਮਨ ਟਿਕਿਆ, ਸਭ ਕੁਝ ਢਹਿ। ਮਨ ਚੜ੍ਹਦੀ ਕਲਾ ਦੇ ਵਿੱਚ ਹੈ, ਥਕਾਵਟ ਨਾਮ ਦੀ ਚੀਜ਼ ਜ਼ਿੰਦਗੀ ਵਿੱਚ ਕੋਈ ਨਹੀਂ। ਅੱਜ ਅਸੀਂ ਪਾਠ ਕਰਦੇ ਥੱਕ ਜਾਂਦੇ ਹਾਂ, ਸੇਵਾ ਕਰਦੇ ਥੱਕਦੇ ਹਾਂ, ਨਾਮ ਜਪਦੇ ਥੱਕਦੇ ਹਾਂ, ਕਹਿੰਦੇ ਹੁਣ ਅੱਖਾਂ ਦੁਖਣ ਲੱਗ ਗਈਆਂ, ਰੈਸਟ ਦੇ ਲਈਏ, ਥੋੜ੍ਹੀ ਦੇਰ ਆਰਾਮ ਕਰ ਲਈਏ, ਬੜਾ ਪਾਠ ਕਰ ਲਿਆ। ਸਾਡੇ ਲਈ ਤੇ ਪਾਠ ਵੀ ਟੈਨਸ਼ਨ ਬਣੀ ਹੋਈ ਹੈ, ਸਾਡੇ ਲਈ ਤੇ ਬੰਦਗੀ ਵੀ ਡਿਪਰੈਸ਼ਨ ਬਣ ਗਿਆ। ਪਰ ਜਿਨ੍ਹਾਂ ਅੰਦਰ ਪ੍ਰੇਮ ਹੈ, ਉਹ ਜਿੰਨਾ ਗਾਉਂਦੇ ਆ, ਜਿੰਨਾ ਪੜ੍ਹਦੇ ਆ, ਜਿੰਨਾ ਸੁਣਦੇ ਆ, ਉਹਨੇ ਚੁਸਤ ਫੁਰਤ ਹੁੰਦੇ ਆ। ਭਾਈ ਬਾਲਾ ਜੀ ਕਹਿੰਦੇ ਸਤਿਗੁਰ ਜੀ ਸਾਨੂੰ ਬੜੇ ਪਿਆਰ 'ਚ ਭਿੱਜ ਕੇ ਸੁਣਾਉਂਦੇ, ਤੇ ਅਸੀਂ ਵਾਰੀ-ਵਾਰੀ ਜੋ ਨਹੀਂ ਸਮਝ ਆਉਂਦਾ ਕਈ ਵਾਰ ਪੁੱਛ ਲੈਂਦੇ। ਗਿਆਨ ਦੀਆਂ ਗੋਸ਼ਟਾਂ, ਗਿਆਨ ਦੀਆਂ ਵਾਰਤਾਂ, ਗੁਰੂ ਸਾਹਿਬ ਦੀ ਰਸਨਾ ਤੋਂ ਸੁਣਨ ਦਾ ਸੁਭਾਗ ਮਿਲਦਾ ਏ। ਗਏ ਧਾਮ ਲਾਲੋ ਗੋਬਿੰਦਿੰਗ ਮਕੰਦਾ। ਮੁਕਤੀ ਦੇ ਦਾਤੇ ਸਤਿਗੁਰ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਕਈ ਦਿਨਾਂ ਦਾ ਸਫ਼ਰ ਤੈਅ ਕਰਦੇ ਹੋਏ ਕਿੱਥੇ ਪਹੁੰਚੇ ਆ ਜੀ? ਏਮਨਾਬਾਦ, ਅੱਜ ਕੱਲ੍ਹ ਪਾਕਿਸਤਾਨ। ਏਮਨਾਬਾਦ ਪਹੁੰਚੇ ਆ। ਕਹਿੰਦੇ ਸੁਭਾਵਕ ਭਾਈ ਲਾਲੋ ਜੀ ਦੇ ਮਨ ਵਿੱਚ ਖਿਆਲ ਆਇਆ, ਅੰਦਰ ਬੈਠੇ ਆ, ਅੱਜ ਘਰ ਹੀ ਬੈਠੇ ਸੀ, ਲੱਗਦਾ ਮੇਰਾ ਸੱਜਣ ਆਇਆ। ਦਿਲਾਂ ਨੂੰ ਦਿਲਾਂ ਦੇ ਰਾਹ ਨੇ। ਅੱਜ ਵੀ ਸਿੱਖ ਗੁਰੂ ਦੇ ਦਿਲ ਦੀ ਜਾਣਦਾ, ਪਰ ਸਿੱਖ ਸਿੱਖ ਹੋਵੇ, ਸਾਡੇ ਵਰਗਾ ਨਾ ਹੋਵੇ। ਤੇ ਗੁਰੂ ਸਿੱਖ ਦੇ ਦਿਲ ਦੀ ਜਾਣਦਾ। ਬੰਦਗੀ ਵਾਲੇ ਸਿੱਖ ਪਹਿਲਾਂ ਵੀ ਸੀ, ਅੱਜ ਵੀ ਨੇ, ਪਰ ਗਿਣਤੀ ਦੇ ਆ, ਥੋੜੇ ਆ। ਤੇ ਜੇ ਤੁਸੀਂ ਲੱਭੋਗੇ, ਤੁਹਾਨੂੰ ਲੱਭਣਾ ਤਾਂ ਮਿਲੇਗਾ ਜੇ ਤੁਹਾਡੀ ਆਪਣੀ ਬੰਦਗੀ ਹੈ। ਇਸ਼ਤਿਹਾਰੀ ਬ੍ਰਹਮ ਗਿਆਨੀ ਤੇ ਕੰਧਾਂ ਤੇ ਬੜੇ ਲਟਕਦੇ ਆ, ਪਰ ਬ੍ਰਹਮ ਗਿਆਨੀ ਹੈ ਕੌਣ ਹੈ? ਗੁਰੂ ਸਾਹਿਬ ਕਹਿੰਦੇ ਲੱਭਣ ਵਾਸਤੇ ਤੈਨੂੰ ਬ੍ਰਹਮ ਗਿਆਨੀ ਹੋਣਾ ਪੈਣਾ। ਸਪਸ਼ਟ ਲਿਖਦੇ ਆ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਉਹੀ ਜਾਣਦਾ ਜੋ ਖੁਦ ਬ੍ਰਹਮ ਗਿਆਨੀ ਹੈ। ਭਗਤ ਦੀ ਰਮਜ ਕੇਵਲ ਭਗਤ ਜਾਣ ਸਕਦਾ ਹੈ, ਸਿੱਖ ਦੀ ਰਮਜ ਕੇਵਲ ਸਿੱਖ ਜਾਣ ਸਕਦਾ ਹੈ। ਇਹਦਾ ਮਤਲਬ ਅਜੇ ਅਸੀਂ ਪ੍ਰੋਪਰ ਸਿੱਖ ਨਹੀਂ ਬਣੇ, ਭੇਖੀ ਸਿੱਖ ਤੇ ਹਾਂ ਅੱਜ ਵੀ ਹਾਂ ਅਸੀਂ। ਜਿੱਦਣ ਅੰਦਰ ਸਿੱਖੀ ਆ ਗਈ ਨਾ, ਸਾਨੂੰ ਇਹ ਦਿਸਣਾ ਹੈ ਸਿੱਖ ਦੀ ਬੰਦਗੀ ਕਿੰਨੀ, ਇਹਦਾ ਨਾਮ ਕਿੰਨਾ ਹੈ। ਹੁਣ ਕੀ ਦਿਸਦਾ ਹੈ? ਇਹਦੀਆਂ ਕੋਠੀਆਂ ਕਿੰਨੀਆਂ ਨੇ, ਪ੍ਰਾਪਰਟੀ ਕਿੰਨੀ ਹੈ, ਜ਼ਮੀਨ ਕਿੰਨੀ ਹੈ, ਕੀ ਕਰਦਾ ਹੈ, ਕਿਹਦੇ ਕੋਲ ਜਾਂਦਾ ਹੈ। ਅਜੇ ਸੁਰਤ ਇੱਥੇ ਖੜੀ ਹੈ। ਹੁਣ ਭਾਈ ਬਾਲਾ ਜੀ ਕਹਿੰਦੇ ਜਦੋਂ ਸਤਿਗੁਰ ਸਾਨੂੰ ਵਚਨ ਸੁਣਾਉਂਦੇ ਸੀ, ਚਲਦਿਆਂ ਚਲਦਿਆਂ ਸਾਨੂੰ 2-3-4 ਦਿਨਾਂ 'ਚ ਪਤਾ ਹੀ ਨਾ ਲੱਗਾ ਸੀ ਏਮਨਾਬਾਦ ਆ ਗਏ। ਸੁਭਾਵਕ ਜਦੋਂ ਭਾਈ ਲਾਲੋ ਜੀ ਦੇ ਘਰ ਦੇ ਅੱਗੇ ਆਏ, ਕੱਚੀ ਛੰਨ ਜਿਹੜੀ ਬਣੀ ਹੋਈ ਹੈ, ਕਹਿੰਦੇ ਉਹ ਪਿਆਰਾ ਨਿਕਲ ਕੇ ਦਰਵਾਜ਼ੇ 'ਚ ਆ ਗਿਆ, ਦਹਲੀਜ਼ 'ਚ ਆ ਗਿਆ। ਉਹਦੇ ਅੰਦਰੋਂ ਹੀ ਖਿਆਲ ਆ ਗਿਆ ਵੀ ਗੁਰੂ ਸਾਹਿਬ ਆਏ ਆ। ਦਿਲਾਂ ਨੂੰ ਦਿਲਾਂ ਦੇ ਰਾਹ ਨੇ, ਪ੍ਰੇਮ ਦੀਆਂ ਖੇਡਾਂ ਨੇ। ਸਿੱਖ ਵੀ ਜਾਣ ਲੈਂਦਾ ਮੇਰੇ ਸਤਿਗੁਰ ਆ ਗਏ। ਗੁਰੂ ਸਾਹਿਬਾਂ ਦੇ ਇਤਿਹਾਸ ਵਿੱਚ ਬੜੇ ਚੋਜ ਆਉਣਗੇ ਇੱਦਾਂ ਦੇ, ਵੀ ਜਦੋਂ ਸਤਿਗੁਰਾਂ ਦੇ ਆਉਣ ਦਾ ਸਿੱਖ ਨੂੰ ਪਤਾ ਲੱਗਾ, ਦਿਲੋਂ ਦਿਲ ਹੀ ਭੱਜਿਆ ਆ ਵੀ ਗੁਰੂ ਸਾਹਿਬ ਆਏ ਆ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੀ ਦਹਲੀਜ਼ ਦਰਵਾਜ਼ੇ ਤੇ ਖੜੇ ਵੇਖਿਆ, ਅੱਖਾਂ ਭਰ ਆਈਆਂ, ਛਲਕ ਪਈਆਂ ਅੱਖਾਂ। ਬੜੇ ਲੰਮੇ ਸਮੇਂ ਬਾਅਦ ਆਏ ਆ। ਪਹਿਲਾਂ ਵੀ ਸਤਿਗੁਰ ਜੀ 25 ਦਿਨ ਰਹਿ ਕੇ ਗਏ ਨੇ ਭਾਈ ਲਾਲੋ ਜੀ ਦੇ ਘਰ। ਅੱਜ ਦੂਜੀ ਫੇਰੀ ਹੈ ਏਮਨਾਬਾਦ ਦੀ। ਭਾਈ ਲਾਲੋ ਡੰਡੇ ਵਾਂਗ ਸਤਿਗੁਰਾਂ ਦੇ ਚਰਨਾਂ 'ਤੇ ਲੰਮਾ ਪੈ ਗਿਆ ਦਹਲੀਜ਼ ਵਿੱਚ ਹੀ। ਕਹਿੰਦਾ ਉਹ ਰੱਬਾ ਮੇਰਿਆ ਸ਼ੁਕਰ ਹੈ, ਸ਼ੁਕਰ ਹੈ, ਬੜਾ ਲੰਮਾ ਸਮਾਂ ਹੋ ਗਿਆ। ਇਹ ਦਿਨ ਵੀ ਜੁਗਾਂ ਦੇ ਵਾਂਗ ਬਤੀਤ ਹੁੰਦੇ ਸੀ। ਸ਼ੁਕਰ ਆ ਅੱਜ ਦੀਦਾਰ ਹੋਏ ਸਾਨੂੰ। ਜੀ ਆਇਆ ਆਖਿਆ, ਚਾਹ ਇੰਨਾ ਚੜਿਆ ਸਮਝ ਹੀ ਨਹੀਂ ਆਉਂਦੀ, ਮਰਜ਼ ਨੂੰ ਬਿਠਾਵਾਂ ਕਿੱਥੇ। ਇਹ ਤੇ ਪ੍ਰੇਮ ਦੀਆਂ ਖੇਡਾਂ ਨੇ। ਫਟਾਫਟ ਬਿਸਤਰਾ ਵਿਛਾਇਆ, ਸਤਿਗੁਰਾਂ ਵਾਸਤੇ ਪਲੰਗੇ ਲਾਏ। ਪਰ ਗੁਰੂ ਸਾਹਿਬ ਇੰਨੇ ਆਨੰਦਿਤ ਨੇ, ਇੰਨੇ ਪ੍ਰਸੰਨ ਨੇ, ਜਿਵੇਂ ਵਿਛੜਿਆਂ ਤੋਂ ਬਾਅਦ ਪਤਾ ਨਹੀਂ ਕਿੱਡੇ ਵੱਡੇ ਮਹਿਲ ਵਿੱਚ ਆਏ ਹੋਣ। ਇੰਨੀਆਂ ਖੁਸ਼ੀਆਂ ਤੇ ਮਹਿਲਾਂ 'ਚ ਨਹੀਂ ਜਾ ਕੇ ਆਉਂਦੀਆਂ ਜਿੰਨੀਆਂ ਭਾਈ ਲਾਲੋ ਦੇ ਘਰ 'ਚ ਹੀ ਆਈਆਂ, ਉਹਦੇ ਚੁਬਾਰੇ 'ਚ ਹੀ ਆਈਆਂ, ਉਹਦੇ ਕੱਚੇ ਮਕਾਨ 'ਚ ਹੀ ਆਈਆਂ, ਉਹਦੀ ਛੱਪਰੀ 'ਚ ਹੀ ਆਈਆਂ। ਗੁਰੂ ਸਾਹਿਬ ਆਏ, ਪ੍ਰਵੇਸ਼ ਹੋਏ, ਪਲੰਗੇ ਤੇ ਬੈਠੇ ਆ। ਭਾਈ ਲਾਲੋ ਜੀ ਨੇ ਫੇਰ ਚਰਨਾਂ ਤੇ ਨਮਸਕਾਰ ਕੀਤੀ ਹੈ। ਕਰੀ ਬੰਦਨਾ ਹੀਰ ਬਾੜਿਓ ਆਨੰਦ। ਆਨੰਦ ਇੰਨਾ ਸੀ, ਰਸ ਇੰਨਾ ਸੀ, ਸਮਝ ਨਹੀਂ ਆਉਂਦਾ ਦੁੱਧ ਛਕਾਵਾਂ ਜਾਂ ਪਾਣੀ ਪਿਲਾਵਾਂ। ਤੇ ਗੁਰੂ ਸਾਹਿਬ ਵੀ ਆਖਣ ਲੱਗੇ, ਭਾਈ ਲਾਲੋ ਸਾਨੂੰ ਕੋਈ ਥਕਾਵਟ ਨਹੀਂ, ਅਸੀਂ ਥੱਕ ਕੇ ਨਹੀਂ ਆਏ, ਜਦ ਕਿ ਸਫ਼ਰ ਪੈਦਲ ਤੈਅ ਕੀਤਾ। ਇਹ ਤੇ ਪ੍ਰੇਮ ਦੀ ਗੱਲ ਹੈ। ਜਿੱਥੇ ਪ੍ਰੇਮ ਹੋਏਗਾ
ਕਰੋੜਾਂ ਮਾਈਲ ਵੀ ਬੰਦਾ ਭੱਜਿਆ ਜਾਊ, ਕਦੇ ਥੱਕਦਾ ਨਹੀਂ। ਜਿੱਥੇ ਪਿਆਰ ਹੋਊ ਲੈ ਸਾਨੂੰ ਗੁਰਦੁਆਰੇ ਦਾ ਰਾਹ ਥਕਾ ਦਿੰਦਾ। ਕਈ ਵਾਰੀ ਥੱਕ ਜਾਂਦੇ ਹਾਂ ਅਸੀਂ ਵੀ ਅੱਜ ਨਹੀਂ ਮੈਂ ਜਾਣਾ, ਮੈਂ ਥੱਕ ਗਿਆ। ਪਰ ਜਿਨ੍ਹਾਂ ਨੂੰ ਪ੍ਰੇਮ ਹੋਊਗਾ ਨਾ, ਅੱਜ ਵੀ ਤੁਹਾਡੇ 'ਚ ਬੜੇ ਗੁਰਸਿੱਖ ਨੇ, ਵਿਆਹਾਂ 'ਤੇ ਜਾਣ, ਭੋਗਾਂ 'ਤੇ ਜਾਣ, ਦੂਰ ਜਾਣ, ਵੀ ਉਹਨਾਂ ਅੰਦਰ ਪ੍ਰੇਮ ਇੰਨਾ, ਉਹ ਕਹਿੰਦੇ ਜੋ ਮਰਜ਼ੀ ਹੋ ਜੇ, ਅੱਜ ਦੀ ਕਥਾ ਮਿਸ ਨਾ ਹੋ ਜੇ, ਮੈਂ ਜਾਣਾ ਹੀ ਜਾਣਾ ਹੈ। ਮੇਰੇ ਗੁਰੂ ਨਾਨਕ ਗੁਰੂ ਬਾਬੇ ਦੀ ਕਥਾ ਚੱਲਦੀ ਕਿਤੇ ਲੰਘ ਹੀ ਨਾ ਜਾਵੇ। ਇੱਕ ਮੇਰੇ ਵਰਗੇ ਭਾਈ ਸਾਹਿਬ ਕਥਾ ਹੀ ਭੇਜ ਦਿਓ ਯਾਰ, ਤੂੰ ਕਿੱਥੇ ਹੈ? ਕਹਿੰਦੇ ਬਸ ਮੈਂ ਕਿਸੇ ਕੰਮ ਲਈ ਗਿਆ ਸੀ, ਸੋਚਿਆ 4 ਪੈਸੇ ਆ ਜਾਣਗੇ, ਪਰ ਕਥਾ ਤੇ ਜੇਬ 'ਚ ਆਏ ਜਾਣੀ ਹੈ। ਕੁਝ ਇੱਦਾਂ ਦੇ ਵੀ ਹੁੰਦੇ ਆ, ਸੁਣਨੀ ਜ਼ਰੂਰ ਹੈ ਪਰ ਕੋਈ ਗੱਲ ਨਹੀਂ, ਘਰੇ ਸੁਣ ਲਾਂਗੇ। ਇੱਕ ਉਹ ਨੇ ਕਹਿੰਦੇ ਸੰਗਤ ਵਿੱਚ ਬੈਠ ਕੇ ਸੁਣਨਾ ਹੈ, ਸਤਿਗੁਰਾਂ ਦੇ ਸਨਮੁਖ ਸੁਣਨਾ ਹੈ, ਜਿਹਦਾ ਫਲ ਤੇ ਆਨੰਦ ਵੀ ਜ਼ਿਆਦਾ ਹੈ, ਕਿਉਂਕਿ ਹਾਜ਼ਰੀ ਪੈ ਰਹੀ ਹੈ। ਕਲਾਸਾਂ ਤੇ ਹੁਣ ਵੀ ਬੱਚਿਆਂ ਦੀਆਂ ਆਨਲਾਈਨ ਲੱਗਦੀਆਂ ਨੇ, ਫਿਰ ਜੇ ਐਗਜ਼ਾਮ ਕਰਾ ਕੇ ਵੇਖੋ ਤੇ ਹਾਲ ਕੀ ਹੋਊਗਾ। ਵਿਗੜ ਗਏ ਨਾ ਬੱਚੇ ਘਰਾਂ 'ਚ ਰਹਿ ਕੇ, ਖਾਣਾ ਪੀਣਾ ਨਹੀਂ ਸੁਧਰਿਆ, ਹੋਰ ਬੜਾ ਕੁਝ ਹੋ ਗਿਆ। ਪੜ੍ਹਤੇ ਉਹ ਅਜੇ ਵੀ ਰਹੇ ਆ, ਪਰ ਜਦ ਉਹ ਸਕੂਲ ਜਾਂਦੇ ਆ ਤਹਿਜ਼ੀਬ ਆ ਜਾਂਦੀ ਹੈ। ਉੱਠਣਾ ਕਿਵੇਂ ਹੈ, ਬੈਠਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਚੱਲਣਾ ਕਿਵੇਂ ਹੈ। ਸਤਸੰਗ ਅੱਜ ਵੀ ਇੰਟਰਨੈਟ 'ਤੇ ਸੁਣੀ ਚਲੋ, YouTube ਭਰੀ ਪਈ ਹੈ, TV ਭਰਿਆ ਪਿਆ, ਤਹਿਜ਼ੀਬ ਕਿੱਥੋਂ ਲੈ ਕੇ ਆਓਗੇ? ਉੱਠਣਾ ਬੈਠਣਾ ਬੋਲਣਾ ਚੱਲਣਾ ਕਿੱਥੋਂ ਸਿੱਖੋਗੇ? ਇਹ ਸਿੱਖਿਆ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ, ਸੰਗਤ ਵਿੱਚ ਬਹਿ ਕੇ। ਭਾਈ ਲਾਲੋ ਨੂੰ ਤੇ ਚਾਈ ਇੰਨਾ ਸੀ, ਮਹਾਰਾਜ ਦੇ ਚਰਨਾਂ 'ਚ ਹੀ ਬੈਠ ਗਿਆ। ਕਹਿੰਦਾ ਪਾਤਸ਼ਾਹ ਆਪ ਜੀ ਦੇ ਚਰਨ ਮੈਂ ਘੁੱਟਣੇ ਚਾਹੁੰਦਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਪ੍ਰੇਮ ਬਹੁਤ ਜ਼ਿਆਦਾ ਹੈ। ਪਾਣੀ ਕੋਸਾ ਕੀਤਾ, ਤਿੰਨੇ ਸਿੱਖਾਂ ਦੇ ਚਰਨ ਧਵਾਏ, ਗੁਰੂ ਸਾਹਿਬ ਦੀ ਤੇ ਦੋਨਾਂ ਸਿੱਖਾਂ ਦੇ। ਮਹਾਰਾਜ ਕਹਿੰਦੇ ਭਾਈ ਲਾਲੋ ਹੁਣ ਤੈਨੂੰ ਸੇਵਾ ਦੇਣ ਆਏ ਆ, ਉਲਾਂਭੇ ਬੜੇ ਸੀ ਤੇਰੇ। ਮਹਾਰਾਜ ਛੱਡ ਕੇ ਚੱਲੇ, ਉਹ ਰੋਂਦੇ ਸੀ ਭਾਈ ਲਾਲੋ। ਜਦੋਂ ਗੁਰੂ ਸਾਹਿਬ ਆਏ ਆ ਨਾ, ਵੀ ਸਾਨੂੰ ਸੱਦਾ ਆਇਆ, ਭਾਈ ਬਾਲਾ ਜੀ ਲੈਣ ਆਏ, ਰਾਏ ਬੁਲਾਰ ਸਾਹਿਬ ਨੇ ਬੁਲਾਇਆ। ਹੁਣ ਖੁਸ਼ੀ ਇੰਨੀ, ਮਹਾਰਾਜ ਨੂੰ ਭੋਜਨ ਛਕਾਇਆ, ਇਸ਼ਨਾਨ ਪਾਣੀ ਗੁਰੂ ਸਾਹਿਬ ਨੇ ਕੀਤਾ। ਪਤਾ ਮਲਕ ਭਾਗੋ ਨੂੰ ਵੀ ਲੱਗ ਗਿਆ ਵੀ ਗੁਰੂ ਜੀ ਆਏ ਆ। ਉਹ ਬੜੀਆਂ ਸਿਫਾਰਸ਼ਾਂ ਪਾਉਂਦਾ ਹੈ, ਮਿੰਨਤਾਂ ਤਰਲੇ ਭੇਜਦਾ ਏ, ਪਰ ਅੱਜ ਤੱਕ ਸਤਿਗੁਰ ਨਹੀਂ ਗਏ। ਕਿਉਂ ਨਹੀਂ ਜਾ ਰਹੇ? ਪਿੱਛੇ ਆਪ ਜੀ ਨੇ ਸੁਣਿਆ, ਮਹਾਰਾਜ ਕਹਿੰਦੇ ਇਹਦੀ ਤੇ ਕਮਾਈ ਪਾਪ ਦੀ ਹੈ। ਇਹ ਜਿਹੜਾ ਮੰਤਰੀ ਇਹ ਭ੍ਰਿਸ਼ਟ ਹੋਇਆ ਹੈ, ਇਹ ਲੋਕਾਂ ਦੀ ਹੱਕ ਦੀ ਕਮਾਈ ਖਾਂਦਾ, ਤੇ ਇਹਦੇ ਘਰ ਦਾ ਤੇ ਪਾਣੀ ਵੀ ਜ਼ਹਿਰ ਹੈ। ਨਹੀਂ ਗਏ ਗੁਰੂ ਸਾਹਿਬ। ਭਾਈ ਲਾਲੋ ਦੇ ਘਰ ਸਤਿਗੁਰਾਂ ਨੇ ਅੱਜ ਦੀ ਰਾਤ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ ਏ, ਸਾਯੰ ਪਰਜੰਕੰ ਬਸਾਏ ਹੁਸਾਲੰ। ਹੁਣ ਸਤਿਗੁਰਾਂ ਦੇ ਵਾਸਤੇ ਸੋਹਣਾ ਪਲੰਘਾ ਲਾਇਆ। ਆਪ ਭਾਈ ਲਾਲੋ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਸੌਂ ਜਾਂਦਾ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਪਾ ਨਹੀਂ ਦੇਖਾ ਹੀ ਪ੍ਰਵਾਨ। ਮੈਂ ਅੱਜ ਵੀ ਬੜੇ ਗੁਰਸਿੱਖ ਵੇਖੇ ਆ, ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹ ਬਾਣੀ ਪੜ੍ਹਦੇ ਆ ਨਾ, ਕੁਛ ਘੜੀਆਂ ਮਹਾਰਾਜ ਦੇ ਚਰਨਾਂ 'ਚ ਹੀ ਪੈ ਜਾਂਦੇ ਆ। ਇਹ ਨਹੀਂ ਵੀ ਲਾ ਕੇ ਸਰਾਣੇ ਸੌਂਗੇ। ਸਾਡਾ ਤੇ ਕੰਮ ਇਹੋ ਜਿਹਾ, ਲੈ ਚਾਰਜਰ ਲੈ ਕੇ ਆ ਫੋਨ ਦਾ, ਅੱਜ ਮੈਂ ਇੱਥੇ ਸੌਂ ਜਾਂਦਾ। ਨਹੀਂ, ਸੌਣਾ ਹੋਰ ਚੀਜ਼ ਹੈ। ਗੁਰੂ ਦੀ ਗੋਦ ਦਾ ਨਿੱਘ ਮੰਨਣਾ, 2 ਘੜੀ ਸਤਿਗੁਰਾਂ ਦੇ ਚਰਨਾਂ 'ਚ ਪੈ ਜਾਣਾ, ਉਹ ਤੇ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ। ਭਾਗਾਂ ਵਾਲੇ ਸਿੱਖ ਅੱਜ ਵੀ ਹੈ। ਜਿਸ ਕਮਰੇ ਵਿੱਚ ਸੈਂਚੀਆਂ ਪ੍ਰਕਾਸ਼ ਨੇ, ਜਿਸ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਮੈਂ ਵੇਖੇ ਆਪਣੀ ਅੱਖਾਂ ਨਾਲੋਂ ਬੰਦਗੀ ਵਾਲੇ ਗੁਰਸਿੱਖ ਭੂਜੇ ਪਏ ਹੁੰਦੇ ਇੱਦਾਂ ਹੀ। ਕਹਿੰਦੇ ਮੈਂ ਆਪਣੇ ਪਿਆਰੇ ਪ੍ਰੀਤਮ ਦੀ ਗੋਦ ਵਿੱਚ ਪਿਆ, ਚਰਨਾਂ 'ਚ ਪਿਆ। ਰਾਤ ਭਰ ਭਾਈ ਲਾਲੋ ਸਤਿਗੁਰਾਂ ਦੇ ਚਰਨ ਘੁੱਟਦੇ ਰਹਿੰਦੇ ਆ, ਸੇਵਾ ਕਰਦੇ ਆ। ਉਹਨਾਂ ਚਰਨਾਂ ਦੇ ਵਿੱਚ ਹੀ ਸਤਿਗੁਰ ਪਲੰਘੇ ਤੇ ਵਿਰਾਜਮਾਨ ਹੁੰਦੇ। ਇੱਕ ਪਾਸੇ ਭਾਈ ਬਾਲਾ ਜੀ, ਦੂਜੇ ਪਾਸੇ ਭਾਈ ਮਰਦਾਨਾ ਜੀ, ਵਿਚਕਾਰ ਵੱਡਾ ਪਲੰਘਾ ਗੁਰੂ ਨਾਨਕ ਸਾਹਿਬ ਜੀ ਦਾ ਉੱਚਾ ਲੱਗਾ ਹੋਇਆ, ਤੇ ਉਹ ਗਰੀਬ ਸਿੱਖ ਚਰਨਾਂ ਦੀ ਮੌਜ ਮਾਣਦਾ ਹੈ, ਚਰਨਾਂ ਵਿੱਚ ਹੀ ਆਰਾਮ ਕਰਦਾ ਏ। ਮਨੋ ਪਾਨ ਕੀਨੰ ਆਮੀ ਭੂਰ ਪਿਆਸੰ। ਇੰਨਾ ਪਿਆਰ ਜਾਗਿਆ ਗੁਰੂ ਸਾਹਿਬ ਦੇ ਚਰਨਾਂ ਨਾਲ। ਕਹਿੰਦੇ ਸਤਿਗੁਰਾਂ ਦੇ ਚਰਨਾਂ ਦਾ ਜਲ ਵੀ ਭਾਈ ਲਾਲੋ ਛਕ ਲੈਂਦੇ ਆ। ਕਹਿੰਦੇ ਪਾਤਸ਼ਾਹ ਮੇਰੇ ਲਈ ਅੰਮ੍ਰਿਤ ਹੈ। ਪ੍ਰੇਮ ਦਾ ਨਜ਼ਰੀਆ ਹੈ। ਜਿੱਦਣ ਪ੍ਰੇਮ ਹੋ ਗਿਆ ਨਾ, ਉਦਣ ਕੰਡੇ ਵੀ ਫੁੱਲ ਲੱਗਣਗੇ, ਤੇ ਜਿੱਦਣ ਨਫ਼ਰਤ ਹੋ ਗਈ, ਉਦਣ ਫੁੱਲਾਂ 'ਚੋਂ ਵੀ ਖੁਸ਼ਬੂ ਨਹੀਂ ਆਉਣੀ। ਆਖੋ ਸਤਨਾਮ। ਨਜ਼ਰੀਆ ਇਫੈਕਟ ਸਾਡੇ ਅੰਦਰ ਦਾ ਹੈ, ਮਨ ਦਾ ਏ। ਮਨ ਨੇ ਜਿਹਨੂੰ ਮਾੜਾ ਮੰਨ ਲਿਆ ਨਾ, ਉਹ ਬੰਦਾ ਲੱਖ ਧਰਮੀ ਹੋਵੇ, ਲੱਖ ਚੰਗੇ ਕੰਮ ਕਰੇ, ਲੈ ਸਾਨੂੰ ਚੰਗਾ ਹੀ ਨਹੀਂ ਲੱਗਦਾ, ਚੁੱਭੀ ਹੋ ਜਾਂਦਾ। ਤੇ ਕੋਈ ਸਾਨੂੰ ਚੰਗਾ ਲੱਗਣ ਲੱਗ ਜੇ, ਉਹ ਲੱਖ ਠੱਗੀਆਂ ਠੋਰੀਆਂ ਕਰਦਾ, ਮਾੜੇ ਕੰਮ ਕਰਦਾ, ਗੁਰੂ ਘਰ ਜਾ ਕੇ ਵੀ ਉਹ ਗੁਰੂ ਦਾ ਭੈ ਨਹੀਂ ਮੰਨਦਾ, ਸਾਨੂੰ ਚੰਗਾ ਲੱਗੀ ਜਾਂਦਾ। ਕਿਉਂਕਿ ਮਨ ਮੰਨਣ ਦੀ ਗੱਲ ਹੈ ਨਾ। ਜਦੋਂ ਸਿੱਖ ਦਾ ਹਿਰਦਾ ਗੁਰੂ ਨਾਲ ਇਦਾਂ ਦਰਵਿਆ ਜਾਂਦਾ, ਪਸੀਜਿਆ ਜਾਂਦਾ,
ਤੇ ਗੁਰੂ ਦੀ ਹਰ ਵਸਤੂ, ਸਤਿਗੁਰ ਨਾਲ ਜੁੜੀ ਹਰ ਚੀਜ਼ ਸਿੱਖ ਨੂੰ ਪਿਆਰੀ ਲੱਗਦੀ ਹੈ। ਅੱਜ ਵੀ ਉਹ ਭਾਗਾਂ ਵਾਲੇ ਸਿੰਘ ਨੇ ਜਿਹੜੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੀ ਧੂੜ ਲੋਚਦੇ ਫਿਰਦੇ, ਮੱਥੇ ਟੇਕਦੇ ਫਿਰਦੇ ਆ। ਇਸ ਰੁੱਖ ਥੱਲੇ ਮੇਰੇ ਪਾਤਸ਼ਾਹ ਬੈਠੇ। ਜਦ ਕਿ ਸਿੱਖੀ ਵਿੱਚ ਰੁੱਖਾਂ ਦਾ ਕੋਈ ਕਨਸੈਪਟ ਨਹੀਂ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਪੁਰਾਤਨ ਇਮਾਰਤਾਂ, ਗੁਰੂ ਘਰ ਵਿੱਚ ਲੱਗੇ ਰੁੱਖ ਸਤਿਗੁਰਾਂ ਨਾਲ ਸੰਬੰਧਿਤ ਨੇ, ਸਾਡੀਆਂ ਧਰੋਹਰਾਂ ਨੇ, ਵੀ ਪੱਟ ਕੇ ਸੁੱਟਦੇ ਹੋ। ਨਹੀਂ, ਉਸ ਰੁੱਖ ਥੱਲੇ ਬਹਿ ਕੇ ਵੇਖੋ, ਜਦੋਂ ਸਤਿਗੁਰ ਬੈਠੇ ਹੋਣਗੇ ਤੇ ਇਹਨੇ ਵੀ ਦੀਦਾਰ ਕੀਤੇ ਹੋਣੇ, ਇਹਨੇ ਵੀ ਸਤਿਗੁਰਾਂ ਦੀ ਛਾਂ ਗੋਦ ਮਾਣੀ ਹੋਣੀ। ਸ਼ਰਧਾ ਤੇ ਹੋਣੀ ਚਾਹੀਦੀ ਸੀ। ਅੱਜ ਕਿਸੇ ਧਾਰਮਿਕ ਸਥਾਨ ਤੇ ਜਾਈਏ, ਕੋਈ ਪੁਰਾਤਨ ਥਾਂ ਹੁੰਦੀ ਹੈ, ਕੋਤਵਾਲੀ ਸਾਹਿਬ ਚਲੇ ਜਾਓ, ਚਲੋ ਬਲਡੋਜ਼ਰ ਬਾਬੇ ਉਹਨੂੰ ਵੀ ਢਾਉਣ ਲੱਗੇ ਸੀ, ਉੱਥੇ ਮਹਾਰਾਜ ਨੇ ਬਚਾ ਲਿਆ, ਸੰਗਤ ਨੇ ਬਚਾ ਲਿਆ। ਤੇ ਜਦੋਂ ਅੱਜ ਵੀ ਜਾ ਕੇ ਆਪਾਂ ਬੈਠਦੇ ਹਾਂ ਕੋਤਵਾਲੀ ਸਾਹਿਬ ਅੰਦਰ, ਦਿਲ ਰੋ ਪੈਂਦਾ ਹੈ। ਕਿਵੇਂ ਗੁਰੂ ਕੇ ਲਾਲਾ ਨੇ ਇਸ ਕਮਰੇ ਵਿੱਚ, ਇਸ ਜੇਲ੍ਹ ਦੇ ਵਿੱਚ ਰਾਤ ਬਤੀਤ ਕੀਤੀ ਹੋਣੀ। ਭਾਵ ਫੀਲ ਹੁੰਦਾ, ਜਾ ਕੇ ਮਹਿਸੂਸ ਹੁੰਦਾ ਏ। ਧਰਮ ਭਾਵਨਾ ਦੀ ਤੇ ਖੇਡ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਭਾਈ ਲਾਲੋ ਨੂੰ ਭੁੱਖ ਨਹੀਂ ਲੱਗਦੀ, ਪਿਆਸ ਨਹੀਂ ਲੱਗਦੀ, ਚਰਨ ਹੀ ਘੁੱਟਦਾ ਰਹਿੰਦਾ, ਸਾਰੀ ਸਾਰੀ ਰਾਤ ਪੱਖੀ ਝੁੱਲਦਾ ਰਹਿੰਦਾ। ਵੀ ਗੁਰੂ ਤੇ ਗੁਰੂ ਕੇ ਸਿੱਖ ਥੱਕ ਕੇ ਆਏ ਨੇ, ਕਿਤੇ ਮੇਰੇ ਹਿੱਲੇ ਜੁਲਿਆਂ ਵੀ ਇਹਨਾਂ ਦੀ ਜਾਗ ਖੁੱਲੇ ਨਾ। ਰਹੇ ਪੰਚ ਰੈਨਾ ਚਲੇ ਫਿਰ ਆਗੇ। ਹੁਣ ਸਤਿਗੁਰ ਜੀ ਭਾਈ ਲਾਲੋ ਦੇ ਘਰ ਵਿੱਚ ਰਹੇ, ਦਿਨ ਦਿਹਾੜੇ ਜੰਗਲ ਵਿੱਚ ਚਲੇ ਜਾਂਦੇ ਆ। ਦਿਨ ਗਿਣਤੀ ਦੇ 5 ਰਾਤਾਂ ਤੇ 5 ਦਿਨ ਗੁਰੂ ਨਾਨਕ ਸਾਹਿਬ ਜੀ ਨੇ ਬਤੀਤ ਕੀਤੇ। 5ਵੇਂ ਦਿਨ ਸਤਿਗੁਰ ਕਹਿੰਦੇ, ਭਾਈ ਲਾਲੋ ਜਦੋਂ 6ਵਾਂ ਦਿਨ ਹੋਇਆ, ਆਗਿਆ ਦਿਓ ਸਾਨੂੰ। ਮਨ ਭਰ ਗਿਆ, ਕਹਿੰਦੇ ਮਹਾਰਾਜ ਐਡੀ ਛੇਤੀ? ਗੁਰੂ ਸਾਹਿਬ ਕਹਿੰਦੇ, ਸਿੱਖਾ ਤੂੰ ਕਿਹਾ ਸੀ ਪਾਤਸ਼ਾਹ ਮੇਰੇ ਘਰ ਮਹੀਨਾ ਰੁਕੋ, 25 ਦਿਨ ਤੇਰੇ ਕੋਲ ਪਹਿਲਾਂ ਬਤੀਤ ਕਰ ਗਏ, ਪਹਿਲੀ ਫੇਰੀ ਵਿੱਚ ਦਿਨ ਬਚੇ ਸੀ 5। ਸੋਚਿਆ ਤੇਰਾ ਕਰਜ਼ਾ ਲਾ ਦਈਏ। ਕਹਿੰਦਾ ਮਹਾਰਾਜ ਹੁਣ ਨਹੀਂ ਆਉਂਗੇ। ਹੱਸ ਕੇ ਮਹਾਰਾਜ ਕਹਿੰਦੇ, ਭਾਈ ਗਏ ਕਿੱਥੇ ਆਖੋ ਸਤਨਾਮ, ਆਉਣਾ ਤੇ ਉਹਨੇ ਆ ਜਿਹੜਾ ਕਿਤੇ ਚਲਿਆ ਗਿਆ ਹੋਵੇ। ਯਾਦ ਤੇ ਉਹਨੂੰ ਕਰਨਾ ਜਿਹੜਾ ਭੁੱਲਿਆ ਹੋਵੇ, ਜੋੜੀਏ ਤੇ ਉਹਨੂੰ ਜਿਹੜਾ ਟੁੱਟਿਆ ਹੋਵੇ। ਬੜੇ ਪਿਆਰ ਵਿੱਚ ਗੁਰੂ ਸਾਹਿਬ ਆਖਣ ਲੱਗੇ, ਭਾਈ ਲਾਲੋ ਜੀ ਬੜਾ ਆਨੰਦ ਆਇਆ ਤੇਰੇ ਇਸ ਮਹਿਲ ਵਿੱਚ ਰਹਿ ਕੇ, ਕਿਉਂਕਿ ਗੁਰੂ ਦਾ ਇਹ ਵੱਡਪਣਾ, ਉਹਨੇ ਆਪਣੇ ਗਰੀਬ ਸਿੱਖ ਨੂੰ ਸਦਾ ਨਵਾਜਿਆ। ਤੇ ਅਸੀਂ, ਸਾਨੂੰ ਕਿਸੇ ਗਰੀਬ ਸਿੱਖ ਦੇ ਘਰੇ ਜਾਣ ਨੂੰ ਮੌਕਾ ਮਿਲ ਜੇ ਨਾ, ਅਸੀਂ ਤੇ ਉਹਦਾ ਜਿਹੜਾ ਜਲੂਸ ਕੱਢਦੇ ਉਹ ਰੱਬ ਜਾਣਦਾ। ਲੈ ਘਰ ਹੀ ਨਹੀਂ ਚੰਗਾ, ਏਸੀ ਤੇ ਕਿੱਥੇ ਲਾਉਣਾ, ਪੱਖਾ ਵੀ ਨਹੀਂ ਚਲਾਇਆ, ਰੋਟੀ ਸਵਾਦ ਨਹੀਂ ਸੀ, ਆਹ ਸੀ ਸਫਾਈ ਨਹੀਂ ਸੀ। ਇਹ ਕੀ ਹੈ? ਈਰਖਾ ਹੈ, ਹਉਮੈ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਜਾਂਦੇ ਸੀ, ਉਹ ਗਰੀਬ ਸਿੱਖ ਜਿਨ੍ਹਾਂ ਦੇ ਘਰ ਰੋਟੀ ਵੀ ਨਹੀਂ ਸੀ ਪੱਕਦੀ, ਕਦੇ ਮਹਾਰਾਜ ਨੇ ਕਿਹਾ ਸਿੱਖਾ ਤੇਰੇ ਬਿਸਤਰੇ ਸਾਫ਼ ਨਹੀਂ, ਤੇਰਾ ਘਰ ਕੱਚਾ, ਮੈਂ ਇੱਥੇ ਨਹੀਂ ਆਉਣਾ, ਮੈਂ ਤੇ ਮਹਿਲਾਂ 'ਚ ਰਹਿੰਦਾ ਰਿਹਾ, ਮੈਂ ਤੇ ਪਟਵਾਰੀ ਦਾ ਪੁੱਤਰ ਹਾਂ। ਨਹੀਂ, ਜਿੱਥੇ ਪ੍ਰੇਮ ਹੋਏਗਾ ਉੱਥੇ ਸੱਜਣ ਦੀ ਜੁੜੀ ਹਰ ਚੀਜ਼ ਚੰਗੀ ਲੱਗਦੀ ਹੈ। ਭਾਈ ਲਾਲੋ ਇੱਕ ਗਰੀਬ ਸਿੱਖ ਹੈ, ਉਹਦੇ ਕੋਲ ਹੈ ਕੀ ਹੈ? ਉਹ ਆਪਣੀ ਮਿਹਨਤ ਕਸ਼ ਮਜ਼ਦੂਰੀ ਕਰਦਾ, ਰੋਟੀ ਖਾਂਦਾ ਤੇ ਖਵਾ ਦਿੰਦਾ ਹੈ। ਮਲਕ ਭਾਗੋ ਦੇ ਵੱਡੇ ਵੱਡੇ ਮਹਿਲ ਸੀ, ਗੁਰੂ ਸਾਹਿਬ ਨਹੀਂ ਗਏ, ਕਿਉਂਕਿ ਉਹਦੇ ਮਹਿਲਾਂ ਦੀ ਲਾਈ ਇਤਰ ਫਲੇਲ ਖੁਸ਼ਬੂ ਵੀ, ਉਹ 'ਚੋਂ ਵੀ ਪਾਪ ਦੀ ਦੁਰਗੰਧ ਆਉਂਦੀ ਹੈ। ਭਾਈ ਲਾਲੋ ਦੇ ਬਿਸਤਰਿਆਂ ਦੇ ਵਿੱਚੋਂ ਵੀ ਖੁਸ਼ਬੂ ਆ ਰਹੀ ਹੈ। 5 ਦਿਨ ਸਤਿਗੁਰਾਂ ਬਤੀਤ ਕੀਤੇ, ਆਗਿਆ ਮੰਗੀ ਬੜੇ ਅਦਬ ਨਾਲ। ਇਹ ਵੱਡਪਣ ਹੈ ਗੁਰੂ ਨਾਨਕ ਸਾਹਿਬ ਦਾ। ਆਪਣੇ ਪਿਆਰੇ ਕੋਲੋਂ ਵੀ ਦੂਰ ਜਾਂਦੇ, ਆਗਿਆ ਮੰਗ ਕੇ ਜਾਂਦੇ ਆ। ਇਹ ਸਿਖਾਇਆ ਮਹਾਰਾਜ ਨੇ ਸਾਨੂੰ। ਸਿੱਖ ਸਿੱਖ ਨੂੰ ਜਾਵੇ, ਦੱਸ ਕੇ ਜਾਵੇ, ਮਿਲ ਕੇ ਜਾਵੇ, ਪ੍ਰੇਮ 'ਚ ਭਿੱਜ ਕੇ ਜਾਵੇ। ਭਾਈ ਲਾਲੋ ਚਰਨ ਫੜ ਕੇ ਬਹਿ ਗਿਆ, ਕਹਿੰਦਾ ਮਹਾਰਾਜ 5 ਦਿਨਾਂ ਦਾ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਬਤੀਤ ਹੋ ਗਏ। ਲਏ ਨਾਮ ਜਾ ਕੇ ਵੱਡੇ ਪਾਪ ਭਾਗੈ। ਭਾਈ ਬਾਲਾ ਜੀ ਕਹਿੰਦੇ, ਜਿਨ੍ਹਾਂ ਸਤਿਗੁਰਾਂ ਦੇ ਨਾਮ ਲਿਆ ਤੋਂ ਵੱਡੇ ਵੱਡੇ ਕਲਮਲ ਪਾਪ ਭੱਜ ਜਾਂਦੇ ਆ, ਛੱਡ ਜਾਂਦੇ ਆ। ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇੜੇ। ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਨੂੰ ਘੁੱਟ ਕੇ ਗਲਵੱਕੜੀ ਪਾ ਕੇ ਮਿਲੇ। ਬੜਾ ਮਾਣ ਬਖਸ਼ਿਆ, ਬੜਾ ਪਿਆਰ ਬਖਸ਼ਿਆ। ਉਦੋਂ ਸਤਿਗੁਰਾਂ ਨੇ ਇੱਕ ਨਿਸ਼ਾਨੀ ਵੀ ਦਿੱਤੀ ਸੀ ਆਪਣੀ ਚਾਦਰ ਦੀ, ਆਪਣੇ ਬਸਤਰ ਦੀ। ਭਾਈ ਲਾਲੋ ਇਤਿਹਾਸ ਵਿੱਚ ਕਈ ਥਾਂ ਤੇ ਜ਼ਿਕਰ ਆਉਂਦਾ ਹੈ। ਕਿੰਨਾ ਪ੍ਰੇਮ ਹੋਏਗਾ ਜਿਹਨੂੰ ਮਹਾਰਾਜ ਆਪਣੀ ਨਿਸ਼ਾਨੀ ਦੇ ਕੇ ਜਾ ਰਹੇ ਆ। ਤੇ ਹੁਣ ਜੇ ਭਾਈ ਲਾਲੋ ਆਖਦਾ ਵੀ ਮਹਾਰਾਜ ਤੇ ਚਾਦਰ ਆ ਜੀ ਘਸੀ ਪੱਟੀ, ਮੈਂ ਕੀ ਕਰਨੀ ਹੈ, ਤੇ ਮੈਨੂੰ ਤੁਸੀਂ ਨਿਸ਼ਾਨੀ ਦਿਓ ਕਮ ਸੇ ਕਮ 50,000 ਦੀ, ਇਹ ਸਿੱਖੀ ਹੈ? ਨਹੀਂ। ਅੱਜ ਵੀ ਗੁਰੂ ਸਾਹਿਬ ਦੀਆਂ ਧਰੋਹਰਾਂ ਨਿਸ਼ਾਨੀਆਂ ਸਿੱਖਾਂ ਦੇ ਘਰਾਂ ਦੇ ਵਿੱਚ ਪਈਆਂ ਨੇ। ਉਹ ਕਿਤੇ ਤੇ ਬਹੁਤ ਕੀਮਤੀ ਨੇ, ਕਿਤੇ ਕੀਮਤ ਵੀ ਕੋਈ ਨਹੀਂ ਹੈ, ਪਰ ਪੂਜੀਆਂ ਜਾਂਦੀਆਂ ਨੇ।
क्योंकि गुरु आप परमेश्वर है, सृष्टि का मालिक है। भाई लालो नूं ते खुशी इस करके आ, मेरे घर रब आया है, गरीब दी कुल्ली विच नारायण आप आए ने, मैं किद्दां शुक्रगुजार होवां। पतंग बंद लालो गयो दूर संगम। उस वेले गुरु नानक साहब महाराज घरों निकले आ, भाई लालो सतगुरां दे पिछे पिछे तुरे जांदे आ, मन भरिया है, अखां 'च हंझू है, चित नहीं करदा मैं गुरु साहब नूं भेजां। जदों सतगुर नगर तो बाहर आ गए ना, ईमनाबाद बहुत बड़ा शहर सी, गुरु साहब ने पिछे मुड़ के वेख्या भाई लालो नाल नाल तुरदा है। महाराज कहंदे लालो चलिया जा भाई, कहंदा नहीं पातशाह चित नहीं करदा, हुण ते घर भी खाण नूं आउणा है, तुसीं छड्ड के जा रहे हो। पर गुरु साहब दा बचन जे सिख बचन ना मने ते सिख काहदा जी। महाराज ने कहा भाई लालो कदे समा लग्या सबबी फेर आवांगे, अज सानू रोकियो ना, असीं बड़ी दूर जाना है, तेरे वर्गा प्यारा सानू चेते करदा ए। मुरे ना करं प्रेम पुरंग अमंगं। बड़े प्यार च भरिया भाई लालो अथरू वहा वहा के रोया, कहंदा महाराज मैं नहीं मुड़ना, जिथों तक मेरी जिंद जान आ मैं इथों तुरिया जाऊँ, मैं जाऊँगा। गुरु साहब जाके जूहां ते खड़ गए, फिरनी ते खड़ गए ईमनाबाद। सतगुर कहंदे भाई लालो साडियां अखां दे सामने वापस जा। कहंदा पातशाह जिन्ना कदमां नाल चल के तेरे कोल आया ना, एक कदम हुण पुठे नहीं चल सकदे, आखो सतनाम वापस किवें जावां। गुरु साहब कहंदे असीं खड़दे आ, तू जा। ये प्रेम दी निशानी है, वरना अपने कोई रिश्तेदार आया आपां गेट तक भी नहीं जांदे छड्डण, दूर ते की छड्ड के आउणा है। पुराने लोकां 'च सभ्याचार सी, बजुर्गां 'च वो बस स्टॉप का बहाना ला के बड़ी दूर तक छड्डण जांदे हुंदे सी विदायगी देण। ये साडे पंजाब दा धार्मिक सभ्याचार सी। अजकल कित्थे, अजकल ते घरे बैठा कहंदा कहदे है ही नहीं घरे, रिश्तेदार आ जे ते नक चढ़ जांदा, यार आ क्यों गया, जाऊ कदों ये। उत्तों तो आओ जी याद करदे सी, बड़े दिनां बाद आए हो, किवें आए हो, खुशी होई तुहानूं मिल के, अंदर कीआं ते बाहर कीआं सी। पर सिख दा प्रेम वेखो, गुरु साहब कहंदे भाई लालो तुसी चलो, असीं तुहानूं जांदिआं वेखांगे। ये की है? भाई लालो ने सतगुरां दा बचन मन्निया, चित नहीं सी करदा, चरण फड़े, नमस्कार कीती, अखां चों हंझू आए। गुरु साहब ने सीस ते हत्थ रखिया, कहंदे सदा करतार चित आवे। अज फिर ओही बचन रसना तो दोहराया ए। भान्यो बार बार मुरियो धाम आयं। जदों बार बार सतगुरां ने कहा तां भाई लालो घर नूं मुड़न लगे आ, वरना भी जिद करते सी महाराज मैं दूर तक नाल जाना है। सतगुर कहंदे नहीं सिखा, तू गृहस्थी है, परिवार वाला है, तू अपने घरे जा काम काज भी करने आ, असीं फकीर हाँ, साधु हाँ, साडे सफर लमेरे ने, तू साडे नाल नहीं जा सकदा। आखिरकार सतगुरां नूं मत्था टेक भाई लालो पुठे पैर पिछे चले भी जे मैं पिठ करके तुरिया तो फिर सज्जन ताई काहदी, आखो सतनाम। मैं सज्जन नूं पिठ करके जावां किवें हो सकदा है। गुरु बाबा जी उसे थां ते खड़े रहे, भाई बाला जी नाल ने, भाई मरदाना जी नाल ने। मरदाना जी दे कोल रवाब है, कहंदे नेत्र दोने तरफां तो भरे, इधर सतगुरां दे नेत्र भेजे, उधर भाई लालो जी दे। नमस्कार करके पुठे पैर तुरे जा रहे ने, बार बार सीस नवाउंदे ने। जिदे मैं गुरु रूप तैसं बसायं। चल के घरे आए, अपने घर नूं भी आके नमस्कार कीती। दहलीज नूं इहो घर है जिथे परमात्मा जी आप बैठे सी। आए ने चौंकड़ा ला लिया, अंदर बैठ के खूब रोए। प्रेम दे विच विराग च, इहनूं रोना नहीं कहंदे, चलो एक समझण वास्ते आपां शब्द वरतदे हुंदे आ भी रोए आ, क्योंकि इस अवस्था दे विच रोना रूना बड़ियां छोटियां गल्लां हुंदियां, इहनूं विराग कहंदे आ, हंझू भरे हुंदे आ। कहंदे सतगुरां नूं चेते कीता, आखरकार वो सफ़र चेते आउंदा, मोड़ याद आउंदा जदों सतगुर मुड़े सी। कहंदे ओही सूरत हिरदे विच उतर गई। हुण भाई लालो जी दे नेत्र बंद ने, नेत्रां विच गुरु साहब नज़र आउंदे ने। जहां देश मंत्रं ढक बंगाला। इधर गुरु नानक साहब महाराज ने वेख्या भाई लालो जी अखां तो दूर हो गए। सतगुर कहंदे सत करतार चल मरदाने आ चलीए। भाई मरदाना जी कहंदे बाबा सा कित्थे जाना है? गुरु साहब कहंदे मरदानिया वेखी रंग करतार, ते जिथे लै जाऊ उत्थे चलांगे।
ਆਪਾਂ ਜਾਣਾ ਢਾਕਾ ਬੰਗਾਲ, ਵੈਸਟ ਬੰਗਾਲ ਦਾ ਪਾਸਾ, ਅੱਗੇ ਢਾਕਾ ਪੈ ਜਾਂਦਾ ਹੈ, ਉਹ ਇਲਾਕਾ। ਉੱਥੇ ਕੀ ਹੈ, ਉਸ ਇਲਾਕੇ ਵਿੱਚ ਲੋਕ ਮੰਤਰ ਤੰਤਰਾਂ ਦੀਆਂ ਵਿਧੀਆਂ ਜਾਣਦੇ ਨੇ। ਅੱਜ ਵੀ ਪੂਰੇ ਵਿਸ਼ਵ ਦੇ ਵਿੱਚ ਭਾਰਤ ਦਾ ਇੱਕ ਹਿੱਸਾ ਹੈ ਬੰਗਾਲ, ਜਿੱਥੋਂ ਬੰਗਾਲੀ ਬਾਬੇ ਆਉਂਦੇ ਆ। ਕਿਉਂ? ਇਹ ਉਹ ਲੋਕ ਨੇ ਜਿਨ੍ਹਾਂ ਨੇ ਮੰਤਰਾਂ ਤੰਤਰਾਂ ਦੇ ਨਾਲ ਰਾਜਿਆਂ ਨੂੰ ਭਿਖਾਰੀ ਬਣਾਇਆ ਤੇ ਭਿਖਾਰੀਆਂ ਨੂੰ ਰਾਜੇ। ਤੇ ਫਿਰ ਇਦਾਂ ਹੀ ਅਸਾਮ ਦੇ ਲੋਕ ਨੇ, ਉਹ ਵੀ ਆਪ ਜੀ ਨੇ ਸੁਣਿਆ ਉਸੇ ਪਾਸੇ ਕੀ ਕੁਝ ਕਰਦੇ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਗਏ ਆ ਨਾ, ਤੇ ਫਿਰ ਉਹਨਾਂ ਜਾਦੂਗਰਨੀਆਂ ਨੇ ਕੀ ਕੁਝ ਨਹੀਂ ਕੀਤਾ। ਜੇ ਨਹੀਂ ਯਕੀਨ, ਦਰਸ਼ਨ ਕਰੋ ਗੁਰਦੁਆਰਾ ਧੋਬੜੀ ਸਾਹਿਬ। ਧੋਬੜੀ ਸਾਹਿਬ ਕਿਉਂ ਹੈ? ਜਦੋਂ ਬ੍ਰਹਮਪੁੱਤਰ ਦਰਿਆ ਮਰਜ਼ ਤੇ ਸੁੱਟਣ ਲੱਗੇ ਨਾ, ਤੇ ਫਿਰ ਸੱਚੇ ਪਾਤਸ਼ਾਹ ਨੇ, ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਉੱਡਦੀਆਂ ਧੋਬਣਾਂ ਨੂੰ ਫੜ ਫੜ ਥੱਲੇ ਲਾਇਆ। ਜੋ ਹੰਕਾਰ 'ਚ ਸੀ, ਘਮੰਡ ਵਿੱਚ ਸੀ, ਕਰਾਮਾਤਾਂ ਖਿੱਚ ਖਾਲੀ ਕਰਤੀਆਂ ਤੇ ਰੁੱਖ ਉੱਡਦਾ ਰੋਕ ਲਿਆ। ਅੱਜ ਉੱਥੇ ਅਸਥਾਨ ਬਣੇ ਐ, ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਨੇ। ਉਹ ਅਸੀਂ ਤੇ ਪੰਜਾਬ ਦੇ ਗੁਰੂ ਘਰ ਨਹੀਂ ਘੁੰਮੇ, ਤੇ ਉੱਥੇ ਬਹੁਤ ਦੂਰ ਰਹੇ ਸਾਡੇ ਲਈ। ਇੱਕ ਦੋ ਗੁਰਦੁਆਰੇ ਮੱਥਾ ਟੇਕਿਆ, ਬਾਅਦ ਸਿੱਖੀ ਮਹਾਨ ਆ, ਅਸੀਂ ਮਹਾਨ ਆ। ਅਸੀਂ ਤੇ ਇੱਥੇ ਖੜੇ ਆ। ਸਿੱਖ ਦੇ ਜੀਵਨ ਵਿੱਚ ਜ਼ਰੂਰ ਯਾਤਰਾ ਹੋਣੀ ਚਾਹੀਦੀ, ਯਾਰਤ ਹੋਣੀ ਚਾਹੀਦੀ ਹੈ। ਕਿਉਂਕਿ ਜਿਉਂ-ਜਿਉਂ ਗੁਰੂ ਕਾ ਸਿੱਖ ਇਤਿਹਾਸ ਸੁਣਦਾ, ਇਤਿਹਾਸਕ ਥਾਵਾਂ 'ਤੇ ਜਾਂਦਾ ਹੈ, ਉਹ ਆਪਣੇ ਸਤਿਗੁਰ ਨਾਲ ਪ੍ਰੀਤ ਹੋਰ ਗਹਿਰੀ ਪਾ ਲੈਂਦਾ, ਹੋਰ ਕਰੀਬ ਹੁੰਦਾ ਹੈ, ਹੋਰ ਪਿਆਰ ਵੱਧਦਾ ਹੈ। ਮਹਾਰਾਜ ਕਹਿੰਦੇ ਆਪਾਂ ਢਾਕੇ ਬੰਗਾਲ ਵਾਲੇ ਪਾਸੇ ਜਾਣਾ ਹੈ। ਇੱਥੇ ਕਵੀ ਜੀ ਕਹਿੰਦੇ ਇਹ ਪ੍ਰਸੰਗ ਸੰਪੂਰਨ ਨਹੀਂ। ਸੰਪੂਰਨ ਤੋਂ ਭਾਵ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਪਤਾ ਨਹੀਂ ਕਿੰਨੀਆਂ ਥਾਵਾਂ 'ਤੇ ਉਹਨਾਂ ਰਾਤਾਂ ਬਤੀਤ ਕੀਤੀਆਂ ਹੋਣੀਆਂ, ਉਹ ਸਾਰਾ ਨਹੀਂ ਸੁਣਾ ਸਕਦੇ। ਕਹਿੰਦੇ ਜਿੰਨਾ ਕੁ ਮੈਨੂੰ ਇਤਿਹਾਸ ਖੋਜ ਦੇ ਨਾਲ ਪ੍ਰਾਪਤ ਹੋਇਆ, ਮੈਂ ਓਨਾ ਹੀ ਲਿਖਿਆ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ 'ਤੇ ਅਜੇ ਬਹੁਤ ਵੱਡੀਆਂ ਖੋਜਾਂ ਜਾਰੀ ਨੇ। ਜੇ ਕਿਤੇ ਸਾਡੇ ਪੰਥ ਨੂੰ, ਸਾਡੀ ਕੌਮ ਨੂੰ ਵੇਲ ਮਿਲ ਜੇ ਆ ਲੜਾਈ ਝਗੜੇ ਵਾਲੇ ਪਾਸੇ ਤੋਂ, ਕਿਤੇ ਕੋਈ ਸਕਾਲਰ ਇਕੱਠੇ ਕਰਨ, ਵਿਦਵਾਨਾਂ ਦਾ ਪੈਨਲ ਬੈਠੇ, ਇਤਿਹਾਸ 'ਤੇ ਖੋਜਾਂ ਹੋਣ, ਹੈ ਕਿਤੇ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਯੂਨੀਵਰਸਿਟੀਆਂ ਬਣ ਗਈਆਂ, ਖੋਜ ਕੇਂਦਰ ਬਣ ਗਏ। ਖੋਜ ਕਿੱਥੇ ਹੋ ਰਹੀ ਹੈ? ਖੋਜ ਦੀ ਗੱਲ ਛੱਡੋ, ਜੋ ਸਾਡੇ ਕੋਲੇ ਅਸੀਂ ਤੇ ਉਹ ਢਾਉਣ ਬੈਠੇ ਆ। ਆਖੋ ਸਤਨਾਮ, ਵੀ ਰਹਿਣ ਨਹੀਂ ਦੇਣਾ ਕੁਛ। ਖੋਜਾਂ ਖੂਜਾਂ ਦੂਰ ਦੀਆਂ ਗੱਲਾਂ ਨੇ। ਪਰ ਕਵੀ ਜੀ ਕਹਿੰਦੇ ਇਹ ਇਤਿਹਾਸ ਖੋਜ ਅਧੀਨ ਹੈ ਸਫ਼ਰ। ਪਰ ਜਿੱਥੋਂ ਜਿੱਥੋਂ ਕਹਿੰਦੇ ਮੈਨੂੰ ਪ੍ਰਾਪਤ ਹੋਇਆ, ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਭਾਵ ਅੱਜ ਵੀ ਜੇ ਸਿੱਖ ਕੌਮ ਇਹਨਾਂ ਰਾਹਾਂ ਨੂੰ ਛਾਣੇ ਨਾ, ਬੇਅੰਤ ਤੇ ਸੈਂਕੜੇ ਸਥਾਨ ਪ੍ਰਗਟ ਹੋਣਗੇ ਜਿੱਥੇ ਜਿੱਥੇ ਗੁਰੂ ਬਾਬਾ ਜੀ ਨੇ ਚਰਨ ਪਾਏ ਹੋਏ ਆ। ਹੁਣ ਏਮਨਾਬਾਦ ਕਿੱਥੇ ਆ ਜੀ, ਢਾਕਾ ਬੰਗਾਲ ਕਿੱਥੇ ਆ? ਜ਼ਮੀਨ ਅਸਮਾਨ ਦਾ ਫਰਕ ਆ ਨਾ। ਐਡਾ ਵੱਡਾ ਸਫ਼ਰ ਅਲੋਪ ਹੈ, ਸਕਿਪ ਹੋ ਰਿਹਾ ਸਫ਼ਰ। ਕਦੇ ਕਿਸੇ ਨੇ ਸੋਚਿਆ ਮੇਰੇ ਵਰਗਾ ਕਥਾ ਸੁਣਾ ਕੇ ਅੱਗੇ ਲੰਘ ਜਾਂਦਾ, ਕਹਿੰਦਾ ਮੈਨੂੰ ਕੀ ਹੈ, ਲੈ ਵੀ ਮੈਂ ਇੱਕ ਦਿਨ 'ਚ 2 ਪ੍ਰਸੰਗ ਸੁਣਾ ਤੇ 4 ਸੁਣਾ ਤੇ ਤਨਖਾਹ ਮਿਲ ਗਈ, ਸੌਂ ਜਾਓ, ਅਸੀਂ ਕੀ ਲੈਣਾ ਹੈ। ਚਿੰਤਾ ਨਹੀਂ ਹੈ। ਇਤਿਹਾਸ ਐਡਾ ਵੱਡਾ, ਇਹ ਤਾਜ਼ਾ ਇਤਿਹਾਸ ਹੈ। 500 ਸਾਲ ਕੀ ਹੁੰਦੇ ਆ, 5-6 ਪੀੜ੍ਹੀਆਂ ਦੀਆਂ ਗੱਲਾਂ ਕਰੋ। ਕਿੱਡੀਆਂ ਕੁ ਵੱਡੀਆਂ ਗੱਲਾਂ, ਕਿੰਨੇ ਕੁ ਦੂਰ ਦੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇੱਥੋਂ ਚੱਲੇ, ਪੈਦਲ ਚੱਲੇ, ਪੈਦਲ। ਦਿਨ ਰਾਤ ਦਾ ਸਫ਼ਰ ਅਸੀਂ ਤੈਅ ਕੀਤਾ ਏ। ਕਹਾਂ ਕੋ ਚਲੇ ਪਰਾਕ ਦੀਨੰ ਦੇ ਅੱਲਾ। ਭਾਈ ਬਾਲਾ ਜੀ ਆਖਦੇ ਗੁਰੂ ਅੰਗਦ ਦੇ ਮਹਾਰਾਜ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪਾਸੇ ਚੱਲੇ ਨੇ। ਸਭ ਤੋਂ ਪਹਿਲਾਂ ਢਾਕਾ ਬੰਗਾਲ ਵਾਲੇ ਪਾਸੇ। ਏਮਨਾਬਾਦ ਤੋਂ ਗੁਰੂ ਸਾਹਿਬ ਜਾ ਰਹੇ ਆ। ਹੁਣ ਹਜ਼ਾਰਾਂ ਸ਼ਹਿਰ ਆਏ ਹੋਣੇ, ਸੈਂਕੜੇ ਰਾਹ ਦੇ ਵਿੱਚ, ਪਿੰਡ ਗ੍ਰਾਮ ਕੀ ਕੁਛ ਆਇਆ ਹੋਣਾ, ਉਹ ਸਾਰਾ ਮਿਸ ਕੀਤਾ ਜਾ ਰਿਹਾ। ਕਹਿੰਦੀ ਉਹਨਾਂ ਬਾਰੇ ਅਜੇ ਖੋਜਾਂ ਅਧੀਨ ਨੇ, ਪ੍ਰੋਪਰ ਪ੍ਰਾਪਤ ਨਹੀਂ ਹੋਈਆਂ। ਗੁਰੂ ਸਾਹਿਬ ਚਲਦੇ ਚਲਦੇ ਫਕੀਰਾਂ ਨੂੰ, ਲੋਕਾਂ ਨੂੰ, ਪਾਪੀਆਂ ਨੂੰ ਤਾਰਦੇ ਜਾ ਰਹੇ ਨੇ। ਉੱਧਰ ਜਾਣਾ ਵੀ ਸਤਿਗੁਰਾਂ ਦਾ ਮਕਸਦ ਸੀ। ਭੁੱਲੀ ਵਿਸਰੀ ਦੁਨੀਆ ਰੱਬ ਨੂੰ ਵਿਸਾਰ ਕੇ ਮਾੜੇ ਮਾੜੇ ਕੰਮ ਕਰਦੀ ਐ। ਗਤੀ ਮੰਦ ਮੰਦੰ ਪਦੰਗ ਪੰਥ ਪਾਵੇਂ। ਪਰ ਭਾਈ ਬਾਲਾ ਜੀ ਕਹਿੰਦੇ ਮੇਰੇ ਸਤਿਗੁਰਾਂ ਦੀ ਚਾਲ ਬੜੀ ਨਿਰਾਲੀ ਤੇ ਹੌਲੀ ਹੌਲੀ ਸੀ, ਕੋਈ ਕਾਹਲੀ ਨਹੀਂ ਆ ਕਿਤੇ। ਕਹਿੰਦੇ ਇੱਕ ਇੱਕ ਕਦਮ ਸਤਿਗੁਰ ਰੱਖਦੇ ਆ, ਚੁੱਕ ਲੈਂਦੇ ਆ, ਚਰਨਾਂ 'ਚ ਖੜਾਵਾਂ ਪਾਈਆਂ, ਖੜਾਵ ਨਾਲ ਮਿੱਟੀ ਉੱਡਦੀ ਹੈ, ਫਿਰ ਡਿੱਗ ਜਾਂਦੀ ਥੱਲੇ। ਅਸੀਂ ਮਹਾਰਾਜ ਦੇ ਚਰਨ ਵੇਖਦੇ ਜਾਂਦੇ ਆ, ਜਿਨ੍ਹਾਂ ਚਰਨਾਂ ਦੇ ਹੇਠਾਂ ਪਦਮ ਤੇ ਨੀਲ ਦੇ ਨਿਸ਼ਾਨ ਨੇ। ਐਸੇ ਸੋਹਣੇ ਸੋਹਣੇ ਚਰਨ ਗੁਰੂ ਨਾਨਕ ਪਾਤਸ਼ਾਹ ਤੁਰੇ ਜਾਂਦੇ ਆ। ਕਦੇ ਕਦੇ ਚੁੱਪ ਹੁੰਦੇ ਆ, ਕਦੇ ਕਦੇ ਬਚਨ ਸੁਣਾਉਂਦੇ ਆ, ਕਦੇ ਕਹਿੰਦੇ ਮਰਦਾਨਿਆ ਤੂੰ ਸੁਣਾ ਰੱਬ ਦੇ ਘਰ ਦੀ ਗੱਲ ਕੋ। ਕਿਤੇ ਕੋਈ ਸਾਨੂੰ ਅਜਨਬੀ ਮਿਲ ਜਾਂਦਾ, ਬੰਦਗੀ ਵਾਲਾ, ਹਰ ਕੋਈ ਥੋੜ੍ਹਾ ਪਛਾਣਦਾ ਹੈ। ਕਈ ਲੋਕਾਂ ਨਾਲ ਤੇ ਸਤਿਗੁਰ ਇੱਦਾਂ ਤੁਰੇ ਜਾਂਦੇ ਜਿਵੇਂ ਕੋਈ ਆਮ ਵਿਅਕਤੀ ਆਪਣੇ ਨਾਲ ਤੁਰਿਆ ਜਾਵੇ, ਪਤਾ ਹੀ ਨਹੀਂ ਹੁੰਦਾ ਵੀ ਇਹ ਗੁਰੂ ਸਾਹਿਬ ਨੇ। ਕਿਉਂਕਿ ਮੇਰੇ ਸਤਿਗੁਰ ਨੇ ਕਦੇ ਨਹੀਂ ਜਣਾਇਆ ਸੀ ਰੱਬ ਪਰਮਾਤਮਾ ਹਾਂ। ਵੀ ਉਹਨਾਂ ਕੋਲ ਤੇ ਲੋਕ 2-2 ਦਿਨ ਰਹਿ ਜਾਂਦੇ ਸੀ, ਫੇਰ ਪਤਾ ਲੱਗਦਾ ਸੀ ਅੱਛਾ ਇਹ ਗੁਰੂ ਸਾਹਿਬ ਨੇ।
ਇਹ ਉਹੀ ਗੁਰੂ ਨਾਨਕ ਨੇ ਜਿਨ੍ਹਾਂ ਕਲਯੁਗ ਦੇ ਸਮੇਂ ਦੁਨੀਆ ਤਾਰਨੀ ਸੀ। ਪੁੱਛਿਆਂ ਤੋਂ ਬਾਅਦ ਕਿਤੇ ਪਤਾ ਲੱਗਦਾ ਸੀ ਇਹ ਰੱਬੀ ਨੇ। ਤੇ ਅੱਜ ਮੈਂ ਕਹਿੰਦਾ ਹਾਲ ਵੇਖ ਲਓ ਲੋਕਾਂ ਦਾ, ਜਿਹਨੂੰ ਮਰਜ਼ੀ ਪੁੱਛੋ ਉਹ ਕਹਿੰਦਾ ਮੈਂ ਹੀ ਰੱਬ ਆਖੋ ਸਤਨਾਮ। ਇੱਥੇ ਤੇ ਰੱਬ 'ਚ ਰੱਬ ਵੱਜਦੇ ਫਿਰਦੇ ਆ। ਹਾਲਤ ਐਡੀ ਮਾੜੀ ਸਾਡੇ ਦੇਸ਼ ਦੀ, ਸਾਡੇ ਧਰਮਾਂ ਦੀ ਹੋਈ ਪਈ ਹੈ। ਹਰ ਬੰਦਾ ਪਰੇਸ਼ਾਨ ਆ। ਜਿਹੜੇ ਮਰਜ਼ੀ ਧਰਮੀ ਨੂੰ ਪੁੱਛ ਲਓ, ਉਹ ਕਹਿੰਦਾ ਯਾਰ ਮੈਨੂੰ ਸਮਝ ਹੀ ਨਹੀਂ ਆਉਂਦੀ ਦੁਨੀਆ ਜਾ ਕਿਹੜੇ ਪਾਸੇ ਰਹੀ ਹੈ। ਮੈਂ ਪਾਠ ਕਰਦਾ ਦਿਲ ਨਹੀਂ ਲੱਗਦਾ, ਸੇਵਾ ਕਰਦਾ ਚਿੱਤ ਨਹੀਂ ਕਰਦਾ। ਲੋਕਾਂ ਦੇ ਹਾਲਾਤ ਵੇਖ ਕੇ ਹਰ ਕੋਈ ਫੈਡ ਅਪ ਹੋਇਆ ਪਿਆ। ਅੰਦਰੋਂ ਕਿਉਂ ਨਹੀਂ ਸੁਖੀ? ਕਿਉਂਕਿ ਜੋੜਨ ਵਾਲੇ ਰਹੇ ਬਹੁਤ ਘੱਟ ਨੇ। ਜੇ ਕੋਈ ਜੁੜਿਆ ਹੋਊ ਤੇ ਜੋੜੂਗਾ ਨਾ। ਜੇ ਕੋਈ ਜੋੜਦਾ ਹੈ, ਮੇਰੇ ਵਰਗਾ ਆਪਣੇ ਨਾਲੇ ਜੋੜੀ ਜਾਂਦਾ ਹੈ। ਉਹ ਕਹਿੰਦਾ ਮੈਂ ਸਿਆਣਾ, ਮੇਰੇ ਕੋਲ ਆਇਆ ਕਰੋ, ਮੈਂ ਤੋਂ ਵੱਧ ਗਿਆਨ ਨਹੀਂ, ਹੋਰ ਕਿਤੇ ਜਾਇਓ ਨਾ। ਕਥਾ ਸੁਣੋ ਜਿੱਥੇ ਮਰਜ਼ੀ ਸੁਣੋ, ਜਿੱਥੇ ਕਿਤੇ ਆਨੰਦ ਆਉਂਦਾ ਉੱਥੇ ਜਾ ਕੇ ਸੁਣ ਲਓ, ਕੋਈ ਬੰਦਸ਼ ਨਹੀਂ ਹੈ। ਆਨੰਦ ਲਓ, ਰਸ ਲਓ। ਕੀਰਤਨ ਜਿੱਥੇ ਮਰਜ਼ੀ ਸੁਣੋ, ਜਿਹੜੇ ਮਰਜ਼ੀ ਗੁਰੂ ਘਰ ਜਾਓ, ਕੋਈ ਰੌਲਾ ਨਹੀਂ ਹੈ। ਸਭੇ ਰੰਗ ਨਾਰਾਇਣੇ, ਰੱਬ ਦੇ ਰੰਗ ਨੇ, ਰੱਬ ਆਪ ਵਰਤਦਾ ਹੈ। ਅੱਜ ਗੁਰੂ ਸਾਹਿਬ ਕਹਿੰਦੇ ਜਦੋਂ ਚੱਲਦੇ ਚੱਲਦੇ ਕਾਫੀ ਦੂਰ ਚਲੇ ਗਏ, ਕਹਿੰਦੇ ਸੰਘਣੇ ਜੰਗਲ ਆਏ, ਜੰਗਲਾਂ ਤੋਂ ਬਾਅਦ ਰੇਤਲੇ ਇਲਾਕੇ ਆ ਗਏ। ਬਸਹਿ ਰਹਿਣ ਮਾਹੀ ਚਲੇ ਦਿਓਸ ਜਾਵੇਂ। ਸਾਰਾ ਦਿਨ ਪੈਦਲ ਤੁਰਦੇ ਆ, ਥੱਕੇ ਟੁੱਟੇ, ਕਿਤੇ ਪਾਣੀ ਮਿਲ ਗਿਆ ਪੀ ਲਿਆ। ਕਹਿੰਦੇ ਰਾਤ ਭਰ ਕਿਤੇ ਵੀ ਸੂਰਜ ਛਿਪਦਾ। ਅਸੀਂ ਤਿੰਨੇ ਜਣੇ, ਗੁਰੂ ਸਾਹਿਬ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਕਹਿੰਦੇ ਦਾਸ ਆਰਾਮ ਕਰ ਲਈਦਾ। ਕਦੇ ਸਤਿਗੁਰਾਂ ਨੇ ਨਹੀਂ ਕਿਹਾ ਅਸੀਂ ਭੁੰਜੇ ਸੁੱਤੇ ਆ, ਸਾਨੂੰ ਪਲੰਘੇ ਦਾ ਇੰਤਜ਼ਾਮ ਕਰੋ। ਬਸ ਜਿੱਥੇ ਰਾਤ ਪੈ ਗਈ, ਚਿੱਤ ਕੀਤਾ ਕਿਸੇ ਨਗਰੋਂ ਬਾਹਰ, ਕਿਸੇ ਜੰਗਲ ਦੇ ਵਿੱਚ ਚਾਦਰ ਵਿਛਾਉਣੀ, ਉੱਥੇ ਆਰਾਮ ਕਰਨਾ। ਤੇ ਅੱਜ ਕੱਲ ਇੰਨਾ ਮਾੜਾ ਹਾਲ ਹੈ, ਪਖੰਡੀ ਸਾਧ ਤੁਰਦੇ ਆ, ਪੈਰਾਂ ਥੱਲੇ ਵੀ ਤੌਲੀਏ ਵਿਛਾਏ ਜਾਂਦੇ ਆ। ਜੇ ਕਿਤੇ ਬੈਠਣਗੇ ਵੀ ਨਾ ਕਿਤੇ ਸਤਸੰਗ 'ਚ ਸਟੇਜ ਤੇ, ਉੱਥੇ ਵੀ ਚਾਦਰਾਂ ਤੇ ਚਾਦਰਾਂ। ਉਹ ਕਿੱਥੇ ਲੇਖਾ ਦਓਗੇ? ਅੱਜ ਆਹ ਹਾਲ ਸਾਡੀ ਕੌਮ ਦਾ। ਪਿੱਛੇ ਜੇ ਵੇਖਿਆ ਨਹੀਂ ਪਰਸੋਂ ਚੌਥੇ ਦੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਉਹ ਇੱਕ ਲੱਚਰ ਕਲਾਕਾਰ ਲੱਗਾ ਹੋਇਆ, ਕਹਿੰਦਾ ਮੈਂ ਇਹ ਜਿਹੜੇ ਗੀਤ ਨੇ ਹਰਿਮੰਦਰ ਸਾਹਿਬ ਵੀ ਗਾ ਸਕਦਾ। ਸੁਣਿਆ ਹੋਣਾ, ਪਤਾ ਹੋਣਾ ਤੁਹਾਨੂੰ। ਇੱਥੇ ਤੱਕ ਗੱਲ ਪਹੁੰਚ ਗਈ। ਕਿਉਂਕਿ ਸਾਡੀ ਕੌਮ ਸੁੱਤੀ ਪਈ ਹੈ। ਅਸੀਂ ਆਪ ਬੜਾਵਾ ਦੇ ਰਹੇ ਹਾਂ ਪਖੰਡ ਨੂੰ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਆ, ਸਿੱਖ ਪੰਥ ਕੀ ਹੈ, ਸਿੱਖ ਕੌਮ ਕੀ ਹੈ, ਸਿੱਖ ਧਰਮ ਕੀ, ਸਾਡੀ ਮਰਿਆਦਾ ਕੀ ਹੈ, ਸਾਡੇ ਧਰੋਹਰ ਕੀ ਨੇ, ਮੈਂ ਕਹਿੰਦਾ ਕਿਸੇ ਨੂੰ ਨਹੀਂ ਪਤਾ। ਇੱਥੇ ਸਿੱਖਾਂ ਦੇ ਬੱਚਿਆਂ ਨੂੰ ਪੁੱਛੋ 4 ਸਾਹਿਬਜ਼ਾਦਿਆਂ ਦੇ ਨਾਂ ਕੀ ਨੇ, ਕੱਖ ਨਹੀਂ ਪਤਾ ਕਿਸੇ ਨੂੰ। 5 ਪਿਆਰੇ ਕੌਣ ਨੇ, ਕਿਹੜੇ ਇਲਾਕਿਆਂ ਤੋਂ ਆਏ, ਕਿਵੇਂ ਕਿਵੇਂ ਅੰਮ੍ਰਿਤ ਸੰਚਾਰ ਹੋਇਆ, ਕੁਛ ਨਹੀਂ ਜਾਣਦੇ। ਕਿਸੇ ਨੂੰ ਪੁੱਛ ਲਓ ਚਮਕੌਰ ਸਾਹਿਬ ਕਿੱਥੇ ਆ, ਕਹਿੰਦੇ ਮੈਂ ਸੁਣਿਆ ਦਿੱਲੀ ਦੇ ਨੇੜੇ ਤੇੜੇ ਹੈ। ਇਹੋ ਜਿਹੇ ਮਿਲਦੇ ਸਿੱਖਾਂ ਦੇ ਬੱਚੇ ਅੱਜ ਕੱਲ੍ਹ। ਪਰ ਉਹ ਬੜੇ ਕਿਰਪਾ ਵਾਲੇ ਹੈ ਵਿੱਚ ਸਾਡੇ, ਜਿਨ੍ਹਾਂ ਤੇ ਮਹਾਰਾਜ ਦੀ ਐਡੀ ਦਇਆ ਹੈ। ਉਹ ਸਿੱਖੀ ਨਾਲ ਜੁੜੇ ਆ ਕਿਉਂਕਿ ਮਾਪੇ ਜੁੜੇ ਹੋਏ ਆ, ਮਾਂ ਬਾਪ ਜੁੜੇ, ਬੱਚਿਆਂ ਨੂੰ ਬੰਦਗੀ ਨਾਲ ਜੋੜਦੇ ਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਤ ਨੂੰ ਸਮਾਂ ਬਤੀਤ ਕਰਦੇ ਆ, ਕਿਤੇ ਇਸ਼ਨਾਨ ਹੋ ਵੀ ਜਾਂਦਾ, ਕਿਤੇ ਰਹਿ ਵੀ ਜਾਂਦਾ, ਕਿਉਂਕਿ ਹਰ ਥਾਂ ਤੇ ਨਦੀ ਥੋੜ੍ਹਾ ਹੁੰਦੀ ਹੈ, ਹਰ ਥਾਂ ਖੂਹ ਥੋੜ੍ਹੀ ਹੈ। ਪਰ ਕੋਸ਼ਿਸ਼ ਕਰਦੇ ਨੇ ਸਤਿਗੁਰ ਕਿਤੇ ਪਾਣੀ ਦਾ ਸਰੋਤ ਹੋਵੇ। ਇਸੇ ਭਾਂਤ ਬੀਤੇ ਜਬੈ ਦਿਓਸ ਤੀਨੰ। ਕਹਿੰਦੇ 3 ਦਿਨ ਬਤੀਤ ਹੋ ਗਏ, ਨਾ ਕਿਸੇ ਨੇ ਰੋਟੀ ਪੁੱਛੀ। ਪੁੱਛਣੀ ਕਿਹਨੇ ਆ? ਮਾਂ ਬਿਨਾਂ ਕੌਣ ਪੁੱਛਦਾ ਹੈ? ਲੱਖ ਚਾਚੀਆਂ ਤਾਈਆਂ ਮਾਸੀਆਂ ਹੋਣ, ਉਹ ਸੱਚੀ ਮਾਵਾਂ ਹੀ ਹੁੰਦੀਆਂ ਨੇ, ਆਖੋ ਸਤਨਾਮ। ਉਹ ਮਾਂ ਤ੍ਰਿਪਤਾਈ ਸੀ ਜੋ ਕਹਿੰਦੀ ਸੀ ਪੁੱਤ ਪਰਦੇਸ ਨਾ ਜਾਈ, ਕਿੱਥੇ ਖਾਏਗਾ। ਅੱਜ ਲੱਖਾਂ ਥਾਵਾਂ ਤੇ ਚਲੇ ਜਾਓ, ਹਰ ਮਾਂ ਨੂੰ ਆਪਣੇ ਪੁੱਤ ਦਾ ਫਿਕਰ ਹੈ, ਦੂਜੇ ਦੇ ਪੁੱਤ ਨੂੰ ਕੋਈ ਪੁੱਤ ਨਹੀਂ ਸਮਝਦਾ ਕਿਤੇ ਨਾ, ਕੋਈ ਵਿਰਲਾ ਹੀ ਹੋਣਾ। ਜਦੋਂ ਗੁਰੂ ਸਾਹਿਬ ਆਏ ਨਾ, ਕਹਿੰਦੇ ਭਾਈ ਬਾਲਾ ਜੀ ਆਖਦੇ, ਕਹਿੰਦੇ ਮੈਂ ਭਾਈ ਮਰਦਾਨੇ ਨੂੰ ਵੇਖਦਾ ਰਿਹਾ, ਉਹ ਨਾ ਅੰਦਰੋਂ ਅੰਦਰ ਟੁੱਟਦਾ ਜਾਂਦਾ ਹੈ ਵੀ 3 ਦਿਨ ਹੋ ਗਏ ਬਾਬਾ ਪਾਣੀ ਪਿਲਾਈ ਜਾਂਦਾ, ਰੋਟੀ ਤੇ ਖਵਾਉਂਦਾ ਹੀ ਨਹੀਂ ਕਿਤੇ। 3 ਦਿਨ ਭੁੱਖੇ ਪਿਆਸੇ ਸਫ਼ਰ ਕਰਨਾ ਸੌਖਾ ਹੈ। ਅਸੀਂ 1 ਘੰਟਾ ਖਾਲੀ ਨਹੀਂ ਤੁਰ ਸਕਦੇ। ਇੱਥੇ ਪਾਰਕ ਜਾਣ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨਾ ਕੁ ਠੂਸ ਕੇ ਜਾਂਦੇ ਆ ਕੇ ਵੀ ਜੂਸ ਲਿਆਓ, ਸ਼ਿਕੰਜਵੀ ਲਿਆਓ, ਆਹ ਖਵਾਓ, ਫਿਰ ਕਹਿੰਦੇ ਅਜੇ ਭੁੱਖ ਨਹੀਂ ਲੱਗਦੀ। ਤੇ ਫਿਰ ਉਹਨਾਂ ਦਾ ਕੀ ਹਾਲ ਹੋਣਾ? 3 ਦਿਨ ਚੱਲੇ ਆ, ਲਗਾਤਾਰ ਤੁਰੇ ਨੇ, ਸਾਰਾ ਦਿਨ ਚੱਲਣਾ ਤੇ ਰਾਤ ਭਰ ਆਰਾਮ ਕਰਨਾ, ਭੁੱਖਿਆਂ ਨੂੰ ਨੀਂਦ ਵੀ ਨਹੀਂ ਆਉਂਦੀ। ਪਰ ਗੁਰੂ ਸਾਹਿਬ ਜੀ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਰੋਟੀ ਖਾਣੀ ਆ ਕਿ ਨਹੀਂ, ਕਿਉਂਕਿ ਨਸੀਬ ਹੀ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ ਨਸੀਬ? ਜਿੰਨਾ ਰਾਹਾਂ ਤੋਂ ਗੁਰੂ ਸਾਹਿਬ ਲੰਘੇ ਆ ਨਾ, ਅੱਜ ਜਾਂ ਕੱਲ੍ਹ ਮੈਂ ਤੁਹਾਨੂੰ ਥਾਂ ਦੱਸ ਦੇਣੀ ਵੀ ਕਿੱਥੇ ਹੈ। ਅੱਜ ਵੀ ਜਾ ਕੇ ਵੇਖੋ 30 40 ਕਿਲੋਮੀਟਰ ਤੱਕ ਪਿੰਡ ਨਹੀਂ ਹੈ ਕੋਈ। ਅੱਜ ਵੀ ਆਹੀ ਹਾਲ ਆ ਉੱਥੇ। ਤੇ ਉਦੋਂ ਤੇ ਕੀ ਹੋਣਾ ਹੈ? ਅੱਜ ਤੋਂ 550 ਸਾਲ 600 ਸਾਲ ਪਹਿਲਾਂ ਕੌਣ ਹੋਊਗਾ ਉੱਥੇ?
ਇਹੋ ਜਿਹਾ ਰੇਤਿਆਂ ਦੇ ਵਿੱਚੋਂ ਗੁਰੂ ਸਾਹਿਬ ਗੁਜ਼ਰਦੇ ਜਾਂਦੇ ਆ, ਕਹਿੰਦੇ ਪਾਣੀ ਵੀ ਪੀਣ ਨੂੰ ਨਸੀਬ ਨਹੀਂ ਹੁੰਦਾ, ਰੋਟੀ ਤੇ ਅੰਨ ਦਾ ਦਾਣਾ ਤੇ ਕਿੱਥੋਂ ਮੂੰਹ 'ਚ ਪੈਣਾ ਸੀ। 3 ਦਿਨ ਦਾ ਸਫ਼ਰ ਤੈਅ ਕੀਤਾ, 3 ਰਾਤਾਂ ਕੱਟੀਆਂ ਨੇ, ਚੌਥੇ ਦਿਨ ਸੂਰਜ ਚੜ੍ਹ ਗਿਆ। ਉੱਠਣ ਸਾਰ ਸਤਿਗੁਰ ਕਹਿੰਦੇ ਚਲੋ ਪਿਆਰਿਓ ਆਪਾਂ ਅੱਗੇ ਵਧੀਏ। ਆਹਾਰੰ ਕਿਸੁ ਥਾਨ ਲੀਨਿੰਗ ਨਾ ਕੀਨੰ। ਕਿਸੇ ਥਾਂ ਵੀ ਰੋਟੀ ਨਾ ਮਿਲੀ, ਭੋਜਨ ਨਾ ਮਿਲਿਆ, ਕਿਤੇ ਪੱਤੇ ਵੀ ਖਾਣ ਨੂੰ ਨਾ ਮਿਲੇ, ਕਿਉਂਕਿ ਬੰਦਾ ਹੀ ਨਹੀਂ ਦਿਸਦਾ ਤੇ ਭੋਜਨ ਕਿੱਥੋਂ ਮਿਲਣਾ ਹੈ। ਤੇ ਨਾ ਉੱਥੇ ਕੋਈ ਜੰਗਲ ਆ ਵੀ ਕੋਈ ਫਲ ਫੁੱਲ ਤੋੜਿਆ ਜਾਵੇ, ਕਿਤੇ ਕੁਝ ਮਿਲ ਜਾਵੇ। ਰੇਤੇ ਦਾ ਇਲਾਕਾ, ਇਹ ਝਾੜੀਆਂ ਨੇ, ਡੀਲੇ ਦੇ ਬੂਟੇ ਲੱਗੇ, ਕਿਤੇ ਅੱਕ ਲੱਗਾ, ਕਿਤੇ ਕੁਛ ਲੱਗਾ, ਇਹ ਚੀਜ਼ਾਂ ਹੁੰਦੀਆਂ। ਇਹ ਕਿਹੜਾ ਇਲਾਕਾ ਸੀ? ਅੱਜ ਵੀ ਵੇਖੀਏ ਤੇ ਇਹ ਰਾਜਸਥਾਨ ਦਾ ਰੇਤਲਾ ਏਰੀਆ ਏ। ਤੇ ਜਾਓ ਅੱਜ ਰਾਜਸਥਾਨ 'ਚ, ਚਲੋ ਹੁਣ ਤੇ ਵੈਸੇ ਬਹੁਤ ਡਿਵੈਲਪ ਹੈ, ਵੱਡੇ ਵੱਡੇ ਸ਼ਹਿਰ ਵਸ ਗਏ, ਪਰ ਅੱਜ ਵੀ ਐਸੇ ਇਲਾਕੇ ਨੇ ਜਿੱਥੇ ਕੁਛ ਵੀ ਨਹੀਂ ਨਸੀਬ ਹੁੰਦਾ, ਪਾਣੀ ਵੀ ਨਹੀਂ ਮਿਲਦਾ। ਗੁਰੂ ਨਾਨਕ ਸਾਹਿਬ ਮਰਜ ਵੇਖਦੇ ਰਹੇ, ਪਹਿਲੀ ਕਸਵੱਟੀ ਸਤਿਗੁਰਾਂ ਨੇ ਆਪਣੇ ਦੋਨੇ ਸਿੱਖਾਂ ਤੇ ਲਾਈ ਐ। ਸ਼ੁਦਾ ਹੈ ਨਾ ਮੋਕੋ ਗੁਰੂ ਧੀਰ ਦੀਨੰ। ਭਾਈ ਬਾਲਾ ਜੀ ਕਹਿੰਦੇ ਮੈਂ ਆਪਣੀ ਦੱਸਦੇ ਆ, ਕਹਿੰਦੇ ਗੁਰੂ ਸਾਹਿਬ ਨੇ ਐਸੀ ਕਿਰਪਾ ਮੇਰੇ ਤੇ ਕੀਤੀ, ਮੈਨੂੰ ਤੇ ਭੁੱਖ ਨਾ ਲੱਗੀ 3 ਦਿਨ, ਕਿਉਂਕਿ ਸੰਤੋਖ ਆ ਜਾਂਦਾ, ਸਬਰ ਸੀ, ਨਾਮ ਦਾ ਸਹਾਰਾ ਸੀ, ਪ੍ਰਾਣਾਂ ਦੇ ਨਾਲ ਨਾਮ ਦਾ ਆਸਰਾ। ਤੇ ਨਾਮ ਜਪਣ ਵਾਲਿਆਂ ਦੀ ਭੁੱਖ ਪਿਆਸ ਕਿਉਂ ਘਟਦੀ ਹੈ? ਤੁਸੀਂ 4 ਦਿਨ ਬੰਦਗੀ ਕਰਕੇ ਵੇਖੋ, 5ਵੇਂ ਦਿਨ ਡਾਕਟਰ ਕੋਲ ਫਿਰੋਗੇ, ਡਾਕਟਰ ਸਾਹਿਬ ਪਤਾ ਨਹੀਂ ਕੀ ਗੱਲ ਆ ਜੀ, ਭੁੱਖ ਨਹੀਂ ਲੱਗਦੀ, ਪਿਆਸ ਵੀ ਨਹੀਂ ਲੱਗਦੀ, ਨੀਂਦ ਵੀ ਨਹੀਂ ਆਉਂਦੀ। ਪਰ ਪਿਆਰਿਆ ਡਾਕਟਰ ਕੀ ਦੱਸੂਗਾ? ਇਹ ਤੇ ਰੱਬ ਦੇ ਨਾਮ ਦਾ ਪ੍ਰਭਾਵ ਸੀ, ਇਹੀ ਚੀਜ਼ਾਂ ਤੇ ਤੈਨੂੰ ਤੰਦਰੁਸਤ ਬਣਾਉਣਗੀਆਂ। ਸਾਰਾ ਦਿਨ ਗਧਿਆਂ ਵਾਂਗੂ ਖਾਈ ਜਾਣਾ, ਢੋਈ ਜਾਣਾ, ਫਿਰ ਕੀ ਕਰੇਗਾ? ਜਦੋਂ ਨਾਮ ਜਪਦੇ ਆ, ਬੰਦਗੀ ਕਰਦੇ ਆ, ਭੁੱਖ ਪਿਆਸ ਮਿਟਣੀ ਸ਼ੁਰੂ ਹੋ ਜਾਂਦੀ ਹੈ, ਖੋਹ ਪੈਣ ਲੱਗ ਜਾਂਦੀ ਅੰਦਰੋਂ, ਪਰ ਜੀ ਨਹੀਂ ਕਰਦਾ ਕੁਝ ਖਾਣ ਨੂੰ। ਹੁਣ ਭਾਈ ਬਾਲਾ ਜੀ ਕਹਿੰਦੇ ਗੁਰੂ ਸਾਹਿਬ ਦੀ ਐਸੀ ਕਿਰਪਾ, ਮੈਨੂੰ ਤੇ ਨਾ ਪਿਆਸ ਲੱਗੇ ਨਾ ਲੱਗੇ ਭੁੱਖ। ਤੀਜਾ ਹੋ ਗਿਆ ਦਿਨ, ਕਹਿੰਦੇ ਮੈਂ ਤੇ ਸਤਿਗੁਰਾਂ ਦੇ ਬਰਾਬਰ ਬਰਾਬਰ ਤੁਰਿਆ ਕਰਾਂ, ਕਦੇ ਮਰਜ਼ ਤੇਜ਼ ਚੱਲ ਪਿਆ ਕਰਨ, ਕਦੇ ਹੌਲੀ ਹੋ ਜਾ ਕਰਨ। ਕਹਿੰਦੇ ਸਾਡਾ ਸੱਜਣ ਜਿਹੜਾ ਪਿੱਛੇ ਸੀ ਭਾਈ ਮਰਦਾਨਾ, ਉਹ ਗੁਰੂ ਸਾਹਿਬ ਨੂੰ ਕੁਛ ਨਹੀਂ ਕਹਿੰਦਾ, ਮੈਨੂੰ ਅੱਖਾਂ ਜੀਆਂ ਕੱਢਦਾ, ਆਖੋ ਸਤਨਾਮ। ਵੀ ਜਿਹੋ ਜਿਹਾ ਸਾਡਾ ਬਾਬਾ, ਉਹੋ ਜਿਹਾ ਬਾਬੇ ਦਾ ਚੇਲਾ। ਵੀ ਇਹਨਾਂ ਦੋਨਾਂ ਨੂੰ ਭੁੱਖੇ ਨਹੀਂ ਲੱਗਦੀ, ਤੇ ਮੈਨੂੰ ਵੀ ਇਹ ਪੁੱਛਦੇ ਨਹੀਂ। ਆਨੰਦੰ ਦਿਨੰ ਰੈਣ ਸ਼ੋਕਨ ਬਾਹੀਨੰ। ਕਹਿੰਦੇ ਸਾਰੀ ਰਾਤ ਇਦਾਂ ਹੀ ਬਤੀਤ ਹੋ ਜਾਂਦੀ, ਚੌਥਾ ਦਿਨ ਚੜ ਗਿਆ ਜੀ। 3 ਦਿਨ ਤਾਂ ਲੰਘੇ ਪਹਿਲੇ, ਚੌਥੇ ਦਿਨ ਵੀ ਭਾਈ ਮਰਦਾਨੇ ਨੇ ਵੇਖਿਆ ਵੀ ਆਪਾਂ ਨੂੰ ਤੇ ਨਹੀਂ ਲੱਗਦੀ ਕੋਈ ਖਾਣ ਪੀਣ ਦੀ ਆਸ। ਜਦੋਂ ਸਾਨੂੰ ਪਤਾ ਲੱਗ ਜੇ ਨਾ ਸਫ਼ਰ 'ਚ ਵੀ ਹੁਣ 5-6 ਘੰਟੇ ਰੋਟੀ ਨਹੀਂ ਮਿਲਣੀ, ਜਾਨ ਨਿਕਲਣ ਵਾਲੀ ਹੋ ਜਾਂਦੀ ਹੈ। ਜੇ ਪਤਾ ਲੱਗ ਜੇ ਵੀ ਮਿਲਣੀ ਨਹੀਂ, ਉੱਦਾਂ ਭਾਵੇਂ ਰੋਟੀ ਸਾਡੇ ਟਿਫਨ ਵਿੱਚ ਪੈਕ ਹੋਵੇ ਤੇ ਬੰਦਾ ਕਹਿੰਦਾ ਹੈ ਕੋਲੇ, ਭੁੱਖ ਲੱਗੂ, ਖਾ ਲਾਂਗੇ, ਭੁੱਖ ਹੀ ਨਹੀਂ ਲੱਗਦੀ। ਜੋ ਤੁਹਾਡੇ ਕੋਲ ਅਵੇਲੇਬਲ ਹੋਏਗਾ, ਤੁਹਾਡੇ ਕੋਲ ਪਿਆ ਹੋਏਗਾ, ਭਾਵੇਂ ਉਹ ਭੋਜਨ ਹੋਵੇ, ਭੁੱਖ ਨਹੀਂ ਲਾਏਗਾ। ਜਿੱਦਣ ਤੁਹਾਨੂੰ ਪਤਾ ਲੱਗੇ ਨਾ ਵੀ ਇਹ ਚੀਜ਼ ਮਿਲਣੀ ਨਹੀਂ, ਔਖਾ ਹੋ ਜਾਂਦਾ। ਹੁਣ ਆਪਾਂ ਕਈ ਵਾਰ ਘਰਾਂ 'ਚੋਂ ਨਹੀਂ ਨਿਕਲਦੇ ਆ, ਲਾਕਡਾਊਨ ਚੱਲਿਆ, ਮਹੀਨਾ ਘਰ 'ਚ ਹਰੇਕ ਨੂੰ ਕੱਟਣਾ ਔਖਾ ਹੋ ਗਿਆ। ਕਹਿੰਦੇ ਹਾਏ ਮਰ ਗਏ, ਪਾਗਲ ਹੋ ਗਏ। ਕਿਉਂ ਬਈ? ਕਿਸੇ ਨੇ ਬੰਦਸ਼ ਲਾਈ ਹੈ। ਆਪ ਅਸੀਂ ਜਾਈਏ ਲੱਖ ਵਾਰ ਨਾ 6 ਮਹੀਨੇ ਨਾ ਬਾਹਰ ਨਿਕਲੀਏ, ਬੋਰ ਨਹੀਂ ਹੁੰਦੇ, ਪਰ ਕਿਸੇ ਨੇ ਰੋਕਤਾ ਨਾ ਵੀ ਜਾਣਾ ਨਹੀਂ, ਔਖਾ ਹੋ ਗਿਆ ਘਰੋਂ ਨਿਕਲਣਾ, ਬੰਦਸ਼ ਲੱਗ ਗਈ ਹੈ। ਹੁਣ ਭਾਈ ਮਰਦਾਨਾ ਜੀ ਜਿਹੜੇ ਰੋਜ਼ 3-3 ਵੇਲੇ ਭੋਜਨ ਛਕਦੇ ਆ, ਸੁਲਤਾਨਪੁਰ ਲੋਧੀ ਵੀ, ਇੱਥੇ ਵੀ ਹੁਣ 3 ਦਿਨ ਤੋਂ ਉੱਪਰ ਸਮਾਂ ਚਲਿਆ ਗਿਆ, ਰੋਟੀ ਪਾਣੀ ਨਸੀਬ ਵੀ ਨਹੀਂ ਹੋਇਆ, ਕਿਤੇ ਆਸ ਵੀ ਨਹੀਂ ਲੱਗਦੀ, ਆਂਦਰਾਂ ਨੂੰ ਖੋ ਪੈਂਦੀ ਐ। ਦੋਹਰਾ ਸ਼ੁਦਾ ਲੱਗੇ ਵਿਆਕਲ ਭਇਓ ਮਰਦਾਨਾ ਅਕਲਾਏ। ਜਿਸ ਵੇਲੇ ਬਹੁਤ ਜ਼ਿਆਦਾ ਭੁੱਖ ਲੱਗੀ, ਕਹਿੰਦੇ ਭਾਈ ਮਰਦਾਨਾ ਜੀ ਅਕਲਾਏ, ਵਿਆਕੁਲ ਹੋ ਗਏ। ਵਿਆਕੁਲ ਹੋਣਾ ਕੀ? ਵੀ ਅੰਦਰੋਂ ਅੰਦਰ ਵਿਸ ਪੀ ਜਾਣੀ, ਬੋਲਣਾ ਹੀ ਨਹੀਂ ਕੁਛ, ਰਫਤਾਰ ਧੀਮੀ ਕਰ ਲਈ। ਸਤਿਗੁਰ ਤੇਜ਼ ਚੱਲਦੇ ਆ, ਭਾਈ ਬਾਲਾ ਜੀ ਤੇਜ਼ ਚੱਲਦੇ, ਕਹਿੰਦੇ ਭਾਈ ਮਰਦਾਨਾ ਹੌਲੀ ਹੌਲੀ ਹੋ ਗਿਆ। ਬੜਾ ਕੁਝ ਚੱਲਦਾ ਜੀ ਦਿਲ ਦਿਮਾਗ 'ਚ। ਕਹਿੰਦਾ ਮਨਾ ਮੇਰਿਆ, ਤੈਨੂੰ ਹੀ ਚਾਹ ਚੜਿਆ ਸੀ ਜਾਣ ਦਾ, ਬਾਬਾ ਲੈ ਚੱਲ ਕਿਤੇ ਕਮਾ ਕੇ। ਜੇ ਬਾਬੇ ਦੇ ਆਹੀ ਹਾਲ ਨੇ, ਅਜੇ ਵੀ ਘਰ ਨੂੰ ਮੁੜ ਜਾ ਚੰਗਾ ਆ, ਆਖੋ ਸਤਨਾਮ। ਅਜੇ ਤੇ ਭੁੱਖ ਸ਼ੁਰੂ ਹੋਈ ਹੈ, ਖਿਆਲ ਆਉਣ ਲੱਗ ਗਏ। ਮੈਂ ਫਿਰ ਬੇਨਤੀ ਕਰਦੇ ਆ, ਭਾਈ ਮਰਦਾਨਾ ਜੀ ਕੋਈ ਆਮ ਨਹੀਂ ਨੇ, ਮਤ ਸੋਚੋ। ਭਾਈ ਮਰਦਾਨਾ ਜੱਗ ਤਾਰਨ ਦਾ ਬਹਾਨਾ ਏ, ਦੁਨੀਆ ਨੂੰ ਤਾਰਦੇ ਆ ਸਤਿਗੁਰ ਭਾਈ ਮਰਦਾਨੇ ਦੇ ਬਹਾਨੇ। ਉਹ ਬ੍ਰਹਮ ਗਿਆਨੀ ਸਿੱਖ ਹੈ ਭਾਈ ਮਰਦਾਨਾ, ਰਬਾਬੀ ਹੈ। ਇੱਕ ਬਾਬਾ ਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉਹ ਤੇ ਮਰਦਾ ਹੀ ਨਹੀਂ, ਭੁੱਖ ਕਿੱਥੋਂ ਲੱਗਣੀ ਆ? ਇੱਕ ਖੇਡਾਂ ਸੀ ਗੁਰੂ ਸਾਹਿਬ ਦੀਆਂ, ਮਰਦ ਭੁੱਖ ਲਾ ਦਿੰਦੇ ਆ, ਖੇਡ ਵਰਤਾ ਦਿੰਦੇ ਆ।
ਜਿੱਥੇ ਭਾਈ ਬਾਲੇ ਨੂੰ ਸੰਤੋਖ ਸਬਰ ਬਖਸ਼ਿਆ, ਇਹਨਾਂ ਨੂੰ ਕਿਉਂ ਨਹੀਂ ਬਖਸ਼ਿਆ? ਬਖਸ਼ ਸਕਦੇ ਸੀ, ਮਾਪਿਆਂ ਨੂੰ ਦੇ ਕੇ ਆਏ ਆ। ਭਾਈ ਬਾਲਾ ਜੀ ਨੂੰ ਕਹਿ ਦਿੱਤਾ, ਬਾਲਿਆ ਤੈਨੂੰ ਭੁੱਖ ਪਿਆਸ ਨਹੀਂ ਲੱਗਣੀ, ਸਦਾ ਨਾਮ ਚਿੱਤੇ ਆਉਣਾ। ਭਾਈ ਮਰਦਾਨੇ ਨੂੰ ਕਿਉਂ ਨਹੀਂ ਕਿਹਾ? ਖੇਡ ਸੀ। ਭਾਈ ਮਰਦਾਨਾ ਇਹਨਾਂ ਵਿਆਕੁਲ ਹੋ ਗਿਆ, ਹੌਲੀ ਹੌਲੀ ਪਿੱਛੇ ਤੁਰਿਆ ਜਾਂਦਾ ਹੈ, ਮਨ ਟੈ ਢੇਰੀ ਹੋ ਗਿਆ। ਹੇਤ ਕਾਰਨ ਕਰਨ ਤੇ ਔਰ ਭੂਖ ਲਗਾਏ। ਇੱਥੇ ਕਵੀ ਜੀ ਨੇ ਵੀ ਬਿਆਨ ਕਰਤਾ ਤੇ ਭਾਈ ਬਾਲਾ ਜੀ ਵੀ ਕਹਿੰਦੇ ਮੇਰੇ ਸਤਿਗੁਰ ਕਰਨ ਕਾਰਨ ਹਾਰ ਸਮਰੱਥ ਨੇ, ਉਹ ਆਪ ਹੀ ਭੁੱਖ ਲਾ ਦਿੰਦੇ ਆ, ਆਪੇ ਹੀ ਹਟਾ ਦਿੰਦੇ ਆ। ਤੇ ਭਾਈ ਮਰਦਾਨੇ ਨੂੰ ਗੁੱਸਾ ਭਾਈ ਬਾਲਾ ਜੀ ਤੇ ਘੱਟ ਤੇ ਗੁਰੂ ਸਾਹਿਬ ਤੇ ਜ਼ਿਆਦਾ ਆਉਣ ਲੱਗ ਗਿਆ। ਕਿਉਂ? ਇੱਕ ਤੇ ਮਿੱਤਰ ਹੈ, ਕਰੀਬੀ ਹੈ, ਵੀ ਬਾਬਾ ਜੇ ਤੈਨੂੰ ਭੁੱਖ ਨਹੀਂ ਲੱਗਦੀ, ਤੈਨੂੰ ਇਹਨਾਂ ਤੇ ਪਤਾ ਨਾ ਵੀ ਦਾਸ ਨੂੰ ਤੇ ਲੱਗਦੀ ਹੈ, ਮੈਨੂੰ ਤੇ ਲੱਗਦੀ, ਮੇਰੇ ਬਾਰੇ ਤੇ ਸੋਚ ਲੈਂਦੇ। ਪਰ ਕਿਹਾ ਕੁਛ ਨਹੀਂ, ਅੰਦਰੋਂ ਤੋਂ ਦੇਖਦੇ ਆ ਕਦ ਤੱਕ ਰੋਟੀ ਨਹੀਂ ਪੁੱਛਦੇ, ਕਦੋਂ ਤੱਕ ਪਾਣੀ ਨਹੀਂ ਪਿਲਾਉਣਗੇ, ਕਦੋਂ ਤੱਕ ਆਰਾਮ ਨਹੀਂ ਕਰਾਉਣਗੇ। ਸਵਈਆ ਪੂਰ ਸੁਦਾ ਖਿਜ ਹੈ ਮਨ ਮੈਂ, ਕੁਛ ਭਾਖਤ ਨਾ ਮੁਕਤੀ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਮੈਂ ਵੇਖ ਕੇ ਕਦੇ ਕਦੇ ਮੁਸਕਰਾ ਪਿਆ ਕਰਾਂ, ਮੈਨੂੰ ਹਾਸਾ ਵੀ ਆ ਜਾ ਕਰੇ, ਪਰ ਮੈਂ ਰਿਹਾ ਕਰਾਂ ਚੁੱਪ। ਗੁਰੂ ਸਾਹਿਬ ਕੋਈ ਬਚਨ ਸੁਣਾਇਆ ਕਰਨ, ਭਾਈ ਮਰਦਾਨਾ ਖਿਜਿਆ ਬੋਲੇ ਹੀ ਨਾ ਕਰੇ ਵੀ ਮੈਂ ਨਹੀਂ ਸੁਣਦਾ। ਸੁਭਾਵਿਕ ਗੱਲ ਹੈ, ਭੁੱਖ ਲੱਗੀ ਹੋਵੇ ਨਾ, ਕੋਈ ਤੁਹਾਨੂੰ ਕਿ ਆ ਤੈਨੂੰ ਮੈਂ ਰੱਬ ਦੀ ਗੱਲ ਸੁਣਾਵਾਂ, ਉਹ ਕਹਿੰਦਾ ਯਾਰ ਮੈਨੂੰ ਨਹੀਂ ਸੁਣਦੀ, ਰੋਟੀ ਖਵਾ। ਸਫ਼ਰ 'ਚ ਜਾ ਰਹੇ ਆ, ਭੁੱਖ ਲੱਗੀ, ਉਹ ਕਹਿੰਦਾ ਵੇਖ ਕਿੰਨਾ ਸੋਹਣਾ ਮਹਿਲ ਬਣਿਆ, ਉਹ ਕਹਿੰਦਾ ਮੈਨੂੰ ਨਹੀਂ ਦੱਸਦਾ ਯਾਰ, ਕਿਤੇ ਢਾਬੇ ਤੇ ਰੋਕ, ਖਵਾ ਮੈਨੂੰ ਕੁਛ। ਇਸੇ ਕਰਕੇ ਭਗਤਾਂ ਨੇ ਲਿਖਿਆ, ਭੂਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ। ਰੱਬਾ ਜੇ ਭੁੱਖਾ ਰਹਿ ਕੇ ਭਗਤੀ ਕਰਾਉਣੀ ਆ, ਚੱਕ ਆਪਣੀ ਮਾਲਾ, ਮੈਂ ਕੀ ਲੈਣਾ ਤੈਥੋਂ। ਇਹ ਕੀ ਹੈ? ਪ੍ਰੇਮ ਦੀਆਂ ਖੇਡਾਂ ਨੇ। ਸਾਡੇ ਵਾਲਾ ਕੰਮ ਥੋੜ੍ਹੀ ਹੈ ਵੀ 5 ਪਰੌਂਠੇ ਖਾ ਕੇ ਆਖ ਬਾਬਾ ਕੋਈ ਨਹੀਂ ਫੇਰ ਮਿਲਾਂਗੇ ਬਰੇਕੇ ਬਾਅਦ, ਹੁਣ ਛੱਡ। ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵੇਖੀ ਜਾਵੇ ਭਾਈ ਮਰਦਾਨਾ ਵੀ ਬਾਬਾ ਦਿਲਾਂ ਦੀਆਂ ਜਾਣਦਾ, ਜਾਣੀ ਜਾਣ ਹੈ, ਪੁੱਛਦਾ ਕਿਉਂ ਨਹੀਂ ਮੈਨੂੰ? ਆ ਜਿਹੜੇ ਤੇਰੇ ਮੇਰੇ ਸ਼ਬਦ ਨੇ ਇਹ ਉਹੀ ਵਰਤ ਸਕਦੇ, ਅਸੀਂ ਨਹੀਂ। ਕਿਉਂਕਿ ਭਾਈ ਮਰਦਾਨਾ ਯਾਰਾਂ ਦਾ ਯਾਰ ਹੈ, ਗੁਰੂ ਦਾ ਪ੍ਰੇਮ ਹੈ, ਉਹ ਸਤਿਗੁਰਾਂ ਦਾ ਪਿਆਰਾ ਪਰਮ ਸਿੱਖ ਹੈ। ਉਹ ਬਾਬਾ ਕਹਿ ਕੇ ਗੱਲ ਕਰਦਾ ਹੈ ਗੁਰੂ ਸਾਹਿਬ ਨੂੰ, ਉਹ ਕਦੇ ਗੁਰੂ ਨਾਨਕ ਸਾਹਿਬ ਨਹੀਂ ਸੀ ਕਹਿੰਦੇ, ਕਿਉਂਕਿ ਬਾਬਾ ਸ਼ਬਦ ਬਹੁਤ ਵੱਡਾ ਏ। ਅੱਜ ਤੇ ਬਾਬੇ ਵੀ ਕਲਯੁਗੀ ਨੇ, ਆਖੋ ਸਤਨਾਮ। ਆਹ ਹਾਲਤ ਤੁਰੀ ਜਾਂਦੀ ਹੈ। ਆਪ ਜੀ ਨੇ ਪਿੱਛੇ ਸੁਣਿਆ ਭਾਈ ਗੁਰਦਾਸ ਜੀ ਨੇ ਕਿੰਨੇ ਪ੍ਰਮਾਣ ਦਿੱਤੇ, ਜਾ ਹਰ ਪੀਰ ਜਗਤ ਗੁਰ ਬਾਬਾ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਬਾਬਾ ਸ਼ਬਦ ਆਉਂਦਾ ਨਾ, ਕਿਉਂ ਆਉਂਦਾ ਹੈ? ਬਾਬੇ ਤਾਰੇ ਚਾਰ ਚੱਕ, ਇੱਥੇ ਵੀ ਬਾਬਾ ਸ਼ਬਦ ਹੈ। ਇਹਦਾ ਮਤਲਬ ਬਾਬਾ ਸ਼ਬਦ ਬਹੁਤ ਵੱਡਾ ਹੈ। ਪਰ ਇੱਥੇ ਤੇ ਲੋਕ ਮੇਰੇ ਵਰਗੇ ਨੂੰ ਪੰਪ ਮਰੀ ਜਾਂਦੇ, ਤੂੰ ਬਾਬਾ ਹੈ, ਤੂੰ ਭਾਈ ਸਾਹਿਬ ਹੈ, ਤੂੰ ਫਲਾਣਾ ਹੈ। ਉਹ ਕੱਖ ਵੀ ਨਹੀਂ ਹੈਗੇ ਅਸੀਂ ਤੁਹਾਡੇ ਵਰਗੇ ਆ। ਇੱਕ ਪਾਸੇ ਕਹਿੰਦੇ ਸੰਗਤ ਗੁਰੂ ਰੂਪ ਹੈ, ਮਰਦ ਨੇ ਅੰਮ੍ਰਿਤ ਛਕਾ ਕੇ ਸਾਨੂੰ ਸਾਰਿਆਂ ਨੂੰ ਇੱਕ ਬਣਾਇਆ। ਦੂਜੇ ਪਾਸੇ ਮੈਂ ਕਹਿੰਦਾ ਮੇਰੇ ਪੈਰੀ ਹੱਥ ਲਾਓ, ਮੈਂ ਵੱਡਾ, ਮੈਂ ਖਾਸ ਹਾਂ। ਕਿਵੇਂ ਹੋ ਗਿਆ? ਫਿਰ ਤੇ ਭਰਾ ਤੇ ਭਰਾ ਹੀ ਹੋਊਗਾ। ਭਰਾ ਦੇ ਪੈਰੀ ਹੱਥ ਥੋੜ੍ਹੀ ਲਾਉਂਦਾ, ਜੱਫੀ ਪਾ ਕੇ ਮਿਲਦਾ। ਭਰਾ ਭੈਣ ਇੱਕ ਦੂਜੇ ਦੇ ਕੋਲ ਖੜਦੇ ਆ। ਕਦੇ ਹੋਇਆ ਵੀ ਭਰਾ ਉੱਚੇ ਪਲੰਘੇ ਤੇ ਬੈਠਾ ਤੇ ਭੈਣ ਪੈਰਾਂ 'ਚ ਬੈਠੀ ਹੋਵੇ? ਨਹੀਂ। ਗੁਰੂ ਕਲਗੀਧਰ ਸਾਡੇ ਪਿਤਾ ਨੇ, ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ ਨੇ, ਅਸੀਂ ਉਹਨਾਂ ਦੇ ਬੱਚੇ ਹਾਂ, ਅਸੀਂ ਇਕੱਠੇ ਹੀ ਹਾਂ ਸਾਰੇ, ਸੰਗਤ ਰੂਪ ਹਾਂ ਅਸੀਂ। ਭਾਈ ਮਰਦਾਨੇ ਨੂੰ ਮਰਜ ਤੇ ਖਿੱਚ ਵੀ ਉੱਠਦੀ ਹੈ ਵੀ ਬਾਬਾ ਭੁੱਖਾ ਮਾਰਤਾ। ਵੇਖ ਤੇ ਲੈ ਪਿੱਛੇ ਮੁੜ ਕੇ, ਤੇਜ਼ ਤੁਰਦੇ ਹੋ। ਭੁੱਖਾ ਬੰਦਾ ਹੋਵੇ ਨਾ, ਥੱਕਿਆ ਹੋਵੇ, ਤੁਸੀਂ ਤੇਜ਼ ਤੁਰੋ, ਤੁਹਾਨੂੰ ਟੁੱਟ ਕੇ ਪਊ। ਹੌਲੀ ਤੁਰ ਲਓ, ਮੈਂ ਨਹੀਂ ਜਾਣਾ। ਰੋਂਦੀ ਰੂਹ ਹੋ ਜਾਂਦੀ ਹੈ। ਜਦੋਂ ਭਾਈ ਮਰਦਾਨਾ ਕਹਿੰਦੇ ਅੰਦਰੋਂ ਅੰਦਰ ਖਿਜੀ ਜਾਵੇ, ਸਤਿਗੁਰਾਂ ਦੀ ਕਿਸੇ ਗੱਲ ਦੀ ਹਾਮੀ ਨਾ ਭਰੇ, ਭਾਈ ਬਾਲਾ ਜੀ ਕਹਿੰਦੇ ਮੈਂ ਥੋੜ੍ਹਾ ਜਿਹਾ ਤੇਜ਼ ਹੋ ਕੇ ਅੱਗੇ ਹੋ ਗਿਆ ਵੀ ਜੇ ਮੈਂ ਇਹਦੇ ਕੋਲੇ ਹੋਇਆ ਘੁਸਰ ਮੁਸਰ ਕਰੂ, ਮੈਨੂੰ ਵੀ ਉਲਾਂਬੇ ਦੇਵੇਗਾ। ਓਜ ਬਹੀਨ ਸਰੀਰ ਅਧੀਰ, ਭਇਓ ਸਿਥਲੰ ਹਿਰਦੈ ਦੁਖ ਮਾਨਾ। ਆਖਰਕਾਰ ਇੰਨੀ ਖਿੱਚ ਚੜ ਗਈ। ਚੌਥਾ ਦਿਨ ਹੈ, ਧੰਨ ਹੈ ਭਾਈ ਮਰਦਾਨਾ। ਮੈਂ ਕਹਿੰਦਾ ਮੈਂ ਤੇ 4 ਘੰਟਿਆਂ 'ਚ ਮਰ ਜਾਂ ਜੀ, ਮੈਨੂੰ ਰੋਟੀ ਨਾ ਮਿਲੇ, ਮੈਂ ਤੇ 20 ਘਰ ਤਪਾ ਦਾਂ ਵੀ ਭੁੱਖਾ ਮਰ ਗਿਆ ਓਏ, ਦਿਓ ਕੁਛ। ਧੰਨ ਹੋਊ ਸਿੱਖ। ਚੌਥਾ ਦਿਨ, 4 ਦਿਨ ਕੱਢਣੇ, ਖੇੜਾ ਕੋਈ ਔਰ ਉਹ ਵੀ ਤੁਰ ਕੇ ਜਾਣਾ। ਚਲੋ ਇੱਥੇ ਧਰਨੇ ਤੇ ਪਿਆ, ਤੁਸੀਂ ਕਹੋਗੇ ਫਲਾਣਾ ਭੁੱਖਾ, ਉਹਦੇ ਸੁੱਤਾ ਹੀ ਪਿਆ, ਵਿਹਲਾ ਪਿਆ, ਉਹਨੂੰ ਕੀ ਫਰਕ ਹੈ? ਜਿਹੜਾ ਤੁਰਿਆ ਜਾਂਦਾ ਕਿੰਨੀ ਐਨਰਜੀ ਲੱਗਦੀ ਹੈ, ਖੋਹ ਪੈ ਜਾਂਦੀ ਅੰਦਰ, ਢਿੱਡ ਜੁੜ ਜਾਂਦਾ। ਭਾਈ ਮਰਦਾਨਾ ਨਾ ਇੰਨਾ ਸਲੋ ਹੋ ਗਿਆ, ਇੰਨਾ ਪਿੱਛੇ ਹੋ ਗਿਆ, ਕਹਿੰਦਾ ਜਾਂਦੇ ਜਾਣ ਦੇ ਮਰਨਾ ਹੀ ਆਪਾਂ ਤੇ, ਸਾਨੂੰ ਕਿਹੜਾ ਰੋਟੀ ਮਿਲਣੀ ਹੈ, ਫਿਕਰ ਹੋਊਗਾ ਖਵਾ ਦੇਣਗੇ। ਭਾਈ ਬਾਲਾ ਜੀ ਕਹਿੰਦੇ ਮੈਂ ਪਿੱਛੇ ਮੁੜ ਕੇ ਵੇਖ ਤੇ ਲਿਆ, ਮੈਂ ਬੁਲਾਇਆ ਨਹੀਂ। ਪਤਾ ਸੀ ਕਿਉਂਕਿ ਅੰਤਰਜਾਮੀ ਭਾਈ ਬਾਲਾ ਜੀ ਵੀ ਗੁਰੂ ਸਾਹਿਬ ਦੇ ਚੋਜ ਕੀ ਨੇ। ਇੰਨਾ ਮਨ ਕਰਕੇ ਖਿੱਚ ਗਿਆ ਵੀ ਗੁਰੂ ਸਾਹਿਬ ਨਾ ਮੇਰੇ ਵੱਲ ਵੇਖਦੇ, ਨਾ ਹੌਲੀ ਤੁਰਦੇ, ਨਾ ਰੋਟੀ ਪੁੱਛਦੇ। ਤੁਸੀਂ ਨਹੀਂ ਖਾਣੀ ਮੈਨੂੰ ਪੁੱਛੋ,
ਸੋਚੀ ਜਾਵੇ, ਕਹਿੰਦਾ ਘਰੇ ਠੀਕ ਸੀ ਤੂੰ, ਐਵੇਂ ਝੋਲਾ ਚੱਕ ਕੇ ਸਾਧਾਂ ਨਾਲ ਤੁਰ ਪਿਆ। ਆਖੋ ਸਤਨਾਮ। ਦਿਲ 'ਚ ਗੱਲਾਂ ਹੋ ਰਹੀਆਂ, ਸਮਾਂ ਸਮਾਪਤ ਹੈ, ਰੰਗਲੇ ਚੋਜ ਮੇਰੇ ਪਾਤਸ਼ਾਹ ਦੇ ਆਰੰਭ ਹੋ ਗਏ ਆ। ਜਿਵੇਂ ਜਿਵੇਂ ਸਤਿਗੁਰ ਖੇਡਾਂ ਵਰਤਾਉਣਗੇ, ਕੱਲ ਪਰਸੋਂ ਆਉਣ ਵਾਲੇ ਦਿਨਾਂ 'ਚ ਸਰਵਣ ਕਰਕੇ ਆਨੰਦ ਮਾਣਾਂਗੇ।